ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 240 ਤੇ ਵਿਚਾਲੇ ਜੇ ਕਰਕੇ ਹੈ। ਗੌੜੀ ਮਹੱਲਾ ਪੰਜਵਾਂ। ਆਦ ਮਦ ਜੋ ਅੰਤ ਨਿਵਾਹੈ, ਸੋ ਸਾਜਨ ਮੇਰਾ ਮਨ ਚਾਹੇ। ਹਰ ਕਾ ਨਾਮ ਜੇ ਮਨ ਨਾ ਰਤ, ਹਰ ਕਾ ਨਾਮ ਜਿਨ ਮਨ ਨਾ ਅਰਧ, ਚੋਰ ਕੀ ਨਿਆਈ ਜੰਪੁਰ ਬੰਦ। ਜਿਨੇ ਹਰੀ ਦਾ ਨਾਮ ਨਹੀਂ ਨਾ ਜਪਿਆ, ਉਹ ਤਾਂ ਚੋਰ ਦੀ ਤਰ੍ਹਾਂ ਨਿਆਈ ਮਨਾ ਦੀ ਤਰ੍ਹਾਂ ਜੰਪੁਰੀ 'ਚ ਬੰਨ੍ਹ ਕੇ ਉਹਨੂੰ ਲਿਜਾਇਆ ਜਾਂਦਾ, ਫਿਰ ਕੁੱਟਿਆ ਜਾਂਦਾ। ਜਿਵੇਂ ਆਪਾਂ ਚੋਰ ਨੂੰ ਫੜ ਲਈਏ ਫਿਰ ਕੁਟਾਪਾ ਚੜ੍ਹਦੇ। ਇਸੇ ਤਰ੍ਹਾਂ ਹੀ ਜਿਹੜਾ ਨਾਮ ਨਹੀਂ ਨਾ ਜਪਦਾ, ਉਹਨੂੰ ਜੰਪੁਰੀ 'ਚ ਬੰਨ੍ਹ ਕੇ ਲੈ ਜਾਂਦੇ। ਹੁਣ ਬੰਦੇ ਦੀ ਮਰਜ਼ੀ ਹੈ ਉੱਥੇ ਜਮਦੂਤਾਂ ਦੇ ਡੰਡੇ ਖਾਣੇ ਕਿ ਨਾਮ ਜਪ ਲੈਣਾ। ਪਰ ਇਹ ਗਿਆਨ ਉਹਨੂੰ ਹੋਊਗਾ ਜਿਹੜਾ ਸਤਸੰਗ ਕਰਦਾ, ਜਿਹੜਾ ਕੋਈ ਕਥਾ ਵਾਰਤਾ ਸੁਣਦਾ ਹੈ, ਉਹਨੂੰ ਗਿਆਨ ਹੋਏਗਾ। ਹੁਣ ਜਿਹਨੇ ਕਥਾ ਵਾਰਤਾ ਸੁਣਨੀ ਨਹੀਂ, ਕੋਈ ਸਤਸੰਗ ਕਰਨਾ ਨਹੀਂ, ਉਹਨੂੰ ਕੀ ਗਿਆਨ। ਲਾਖ ਅਡੰਬਰ ਬਹੁਤ ਵਿਸਥਾਰਾ, ਨਾਮ ਬਿਨਾ ਝੂਠੇ ਪਾਸਾਰ। ਲੱਖੇ ਅਡੰਬਰ ਕੀਤੇ, ਵਿਖਾਵੇ ਕੀਤੇ, ਸ਼ੋਸ਼ਾ ਕੀਤੀ, ਬੜਾ ਚੀਜ਼ਾਂ ਦਾ ਵਿਸਥਾਰ ਕਰ ਲਿਆ ਹੈ। ਪਰ ਕਹਿੰਦੇ ਸਾਰਾ ਪਸਾਰਾ ਨਾਮ ਬਿਨਾ ਝੂਠਾ। ਜੇ ਨਾਮ ਨਹੀਂ ਜਪਦਾ, ਜਿੰਨੇ ਪਸਾਰੇ ਹਨ, ਵਿਸਥਾਰ ਹਨ, ਅਡੰਬਰ ਹਨ, ਸਭ ਝੂਠੇ ਹਨ। ਹਰ ਕਾ ਨਾਮ ਸੋਈ ਜਨ ਲੈ, ਕਰ ਕਿਰਪਾ ਨਾਨਕ ਜਿਸ ਦੇ। ਹਰੀ ਦਾ ਨਾਮ ਉਹੀ ਜਪਦਾ ਹੈ ਜਿਸ ਨੂੰ ਪਰਮਾਤਮਾ ਕਿਰਪਾ ਕਰਕੇ ਇਸ ਨਾਮ ਦੀ ਦਾਤ ਦਿੰਦਾ ਹੈ, ਉਹੀ ਜਪਦਾ। ਅਸਲ ਕਾਰਨ ਇਹ ਹੈ ਕਿ ਜਿਤ ਜਿਤ ਲਾਭੋ ਤਿਤ ਤਿਤ ਲੱਗਣਾ। ਜਿਸ ਜਿਸ ਪਾਸੇ ਪਰਮਾਤਮਾ ਕਿਸੇ ਜੀਵ ਨੂੰ ਲਾਉਂਦਾ ਹੈ, ਉਸ ਪਾਸੇ ਲੱਗਾ ਹੋਇਆ ਹੈ। ਜਿਸ 'ਤੇ ਕਿਰਪਾ ਕਰਕੇ ਨਾਮ ਦੀ ਦਾਤ ਦੇ ਦਿੰਦਾ, ਉਹ ਨਾਮ ਜਪਦਾ, ਦੂਜਾ ਨਹੀਂ ਜਪਦਾ। ਹਰ ਕਾ ਨਾਮ ਸੋਈ ਜਨ ਲੈ। ਉਹੀ ਵਿਅਕਤੀ ਪਰਮਾਤਮਾ ਦਾ ਨਾਮ ਲੈਂਦਾ ਹੈ। ਕਰ ਕਿਰਪਾ ਨਾਨਕ ਜਿਸ 'ਤੇ ਗੁਰੂ ਬਣ ਕੇ ਕਿਰਪਾ ਕਰਕੇ ਜਿਸ ਨੂੰ ਇਸ ਨਾਮ ਦੀ ਦਾਤ ਦਿੰਦਾ, ਉਹੀ ਨਾਮ ਜਪਦਾ। ਸੋ ਜੇ ਤੁਸੀਂ ਨਾਮ ਜਪਦੇ ਤਾਂ ਮੈਂ ਪਰਮਾਤਮਾ ਨੇ ਤੁਹਾਡੇ 'ਤੇ ਕਿਰਪਾ ਕੀਤੀ, ਤੁਹਾਨੂੰ ਗੁਰੂ ਕੋਲੇ ਭੇਜਿਆ, ਤੁਸੀਂ ਫਿਰ ਗੁਰੂ ਵਾਲੇ ਹੋਏ, ਗੁਰੂ ਮਹਾਰਾਜ ਤੁਹਾਨੂੰ ਗੁਰਮੰਤਰ ਦਿੱਤਾ, ਫਿਰ ਤੁਸੀਂ ਨਾਮ ਜਪਣ ਲੱਗ ਪਏ। ਇਹ ਪਰਮਾਤਮਾ ਦੀ ਕਿਰਪਾ ਹੁੰਦੀ ਹੈ। ਹਰ ਕਾ ਨਾਮ ਸੋਈ ਜਨ ਲੈ, ਹਰ ਕਾ ਨਾਮ ਸੋਈ ਜਨ ਲੈ, ਹਰ ਕਾ ਨਾਮ ਸੋਈ ਜਨ ਲੈ, ਹਰ ਕਾ ਨਾਮ ਸੋਈ ਜਨ ਲੈ। ਕਰ ਕਿਰਪਾ ਨਾਨਕ ਜਿਸ ਦੇ, ਕਰ ਕਿਰਪਾ ਨਾਨਕ ਜਿਸ ਦੇ, ਕਰ ਕਿਰਪਾ ਨਾਨਕ ਜਿਸ ਦੇ, ਕਰ ਕਿਰਪਾ ਨਾਨਕ ਜਿਸ ਦੇ। ਗੌੜੀ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ, ਆਦ ਮਦ ਜੋ ਅੰਤ ਨਿਵਾਹੈ, ਸੋ ਸਾਜਨ ਮੇਰਾ ਮਨ ਚਾਹੇ। ਉਹ ਪਰਮਾਤਮਾ, ਉਹ ਸੱਜਣ ਜਿਹੜਾ ਆਰੰਭ ਤੋਂ ਵੀ, ਵਿਚਾਲੇ ਵੀ,
ਅਤੇ ਅੰਤ ਤੱਕ। ਅਸੀਂ ਜਦੋਂ ਪੈਦਾ ਹੋਏ ਉਦੋਂ, ਜਦੋਂ ਜਵਾਨ ਹੋ ਗਏ ਉਦੋਂ, ਜਦੋਂ ਮਰਨ ਲੱਗ ਗਏ ਉਦੋਂ ਵੀ ਨਾਲ ਨਿਭੇ। ਜਿਹੜਾ ਕਹਿੰਦਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਨਾਲ ਨਿਭੇ ਨਾ, ਸੋ ਸਾਜਨ ਮੇਰਾ ਮਨ ਚਾਹੇ। ਇਹੋ ਜਿਹੇ ਸੱਜਣ ਨੂੰ ਮੇਰਾ ਮਨ ਮਿਲਣਾ ਚਾਹੁੰਦਾ ਹੈ ਅਤੇ ਉਹ ਪਰਮਾਤਮਾ ਹੀ ਹੈ। ਬਾਕੀ ਕੋਈ ਨਹੀਂ ਹਮੇਸ਼ਾ ਨਹੀਂ ਸਾਥ ਦਿੰਦਾ। ਰਿਸ਼ਤੇਦਾਰ, ਦੋਸਤ, ਮਿੱਤਰ, ਧੀ ਪੁੱਤ ਵੱਧ ਤੋਂ ਵੱਧ ਸਾਡੇ ਤੱਕ ਮਰਨ ਤੱਕ ਸਾਥ ਦੇ ਸਕਦੇ ਨੇ, ਪਰ ਪਰਮਾਤਮਾ ਤੇ ਮਰਨ ਤੋਂ ਬਾਅਦ ਵੀ ਸਾਥ ਦਿੰਦਾ ਹੈ। ਅਸਲ ਉਹ ਮਿੱਤਰ ਹੈ। ਹਰ ਕੀ ਪ੍ਰੀਤ ਸਦਾ ਸੰਗ ਚਾਲੈ, ਦਇਆਲ ਪੁਰਖ ਪੂਰਨ ਪ੍ਰਤਪਾਲੈ। ਪਰਮਾਤਮਾ ਦਿਆਲੂ ਹੈ, ਪੁਰਖ ਜਿਹੜਾ ਸਭ ਦੇ ਵਿੱਚ ਵਸਦਾ ਹੈ, ਪੂਰਨ ਹੈ ਜੋ ਪਰਿਪੂਰਨ ਹੈ, ਪ੍ਰਤਪਾਲੈ ਜਿਹੜਾ ਚੰਗੀ ਤਰ੍ਹਾਂ ਪਾਲਣਾ ਪੋਸ਼ਣਾ ਕਰਦਾ ਹੈ। ਇਹੋ ਜਿਹੇ ਹਰੀ ਦੀ ਜਿਹੜੀ ਪ੍ਰੀਤ ਹੈ ਨਾ, ਸਦਾ ਸੰਗ ਚੱਲ, ਸਦਾ ਨਾਲ ਜਾਂਦੀ ਹੈ। ਸੋ ਪਰਮਾਤਮਾ ਨੂੰ ਪਿਆਰ ਕਰਨਾ ਚਾਹੀਦਾ। ਸੰਸਾਰ ਆਪੇ ਤੁਹਾਨੂੰ ਪਿਆਰ ਕਰੇਗਾ। ਸੰਸਾਰ ਨੂੰ ਪਿਆਰ ਕਰੋਗੇ ਉਹ ਕਦੇ ਤੁਹਾਨੂੰ ਛੱਡ ਵੀ ਸਕਦਾ ਹੈ। ਪਰਮਾਤਮਾ ਨੂੰ ਪਿਆਰ ਕਰੋਗੇ, ਸੰਸਾਰ ਆਪੇ ਹੀ ਤੁਹਾਨੂੰ ਪਿਆਰ ਕਰੇਗਾ। ਤੁਸੀਂ ਸੰਸਾਰ ਨੂੰ ਪਿਆਰ ਕਰੋਗੇ, ਪਰਮਾਤਮਾ ਤੁਹਾਨੂੰ ਪਿਆਰ ਨਹੀਂ ਕਰੇਗਾ। ਪਰ ਜੇ ਤੁਸੀਂ ਪਰਮਾਤਮਾ ਨੂੰ ਪਿਆਰ ਕਰਦੇ ਹੋ, ਸੰਸਾਰ ਤੁਹਾਨੂੰ ਕਰੇਗਾ ਹੀ ਕਰੇਗਾ। ਇਹ ਹੁਣ ਬੰਦੇ ਦੀ ਮਰਜ਼ੀ ਹੈ। ਸੰਸਾਰ ਨੂੰ, ਰਿਸ਼ਤੇਦਾਰਾਂ ਨੂੰ, ਦੋਸਤਾਂ ਮਿੱਤਰਾਂ ਨੂੰ ਪਿਆਰ ਕਰਨਾ ਤਾਂ ਸਿਰਫ ਉਹੀ ਪਿਆਰ ਕਰ, ਰੱਬ ਨਹੀਂ ਕਰੇਗਾ। ਹਾਂ, ਜੇ ਤੁਸੀਂ ਰੱਬ ਨੂੰ ਪਿਆਰ ਕਰੋਗੇ ਤਾਂ ਸੰਸਾਰ ਵੀ ਤੁਹਾਨੂੰ ਪਿਆਰ ਕਰੇਗਾ। ਜਿਵੇਂ ਜਿਹੜਾ ਸੰਸਾਰਕ ਧਨ ਹੈ, ਜਿਹਦੇ ਕੋਲ ਸੰਸਾਰਕ ਧਨ ਹੁੰਦਾ ਉਹਦੇ ਕੋਲ ਨਾਮ ਧਨ ਨਹੀਂ ਹੁੰਦਾ। ਪਰ ਜਿਸ ਕੋਲ ਨਾਮ ਧਨ ਹੁੰਦਾ ਉਹਦੇ ਕੋਲ ਸੰਸਾਰਕ ਧਨ ਆਪਣੇ ਆਪ ਆ ਜਾਂਦਾ, ਉਹਨੂੰ ਦੂਰਾ ਫਾਇਦਾ। ਜਿਹੜਾ ਸਿਰਫ ਸੰਸਾਰਕ ਧਨ ਕਮਾਉਣ 'ਤੇ ਲੱਗਾ ਹੋਇਆ ਉਹਦੇ ਕੋਲ ਨਾਮ ਧਨ ਨਹੀਂ ਹੋਵੇਗਾ। ਪਰ ਜਿਸ ਕੋਲ ਨਾਮ ਧਨ ਹੈ ਉਹਦੇ ਕੋਲ ਸੰਸਾਰਕ ਧਨ ਆਪਣੇ ਆਪ ਹੀ ਆ ਜਾਏਗਾ, ਆਪਣੇ ਆਪ ਹੀ ਆ ਜਾਏ। ਤੁਸੀਂ ਕਿਵੇਂ ਆ ਜਾਏਗਾ? ਆਹ ਸੰਤ ਮਹਾਤਮਾ ਤੁਹਾਡੇ ਸਾਹਮਣੇ ਨੇ, ਉਹਨਾਂ ਦੀ ਉਦਾਹਰਣ ਤੁਹਾਡੇ ਸਾਹਮਣੇ ਹੈ। ਉਹ ਨਾਮ ਧਨ ਉਹਨਾਂ ਕੋਲ, ਲੋਕ ਮਾਇਆ ਦੇ ਜਾਂਦੇ, ਸੰਸਾਰਕ ਧਨ ਆਪੇ ਹੀ ਆ ਗਿਆ। ਉਹਨਾਂ ਨੇ ਸੰਸਾਰਕ ਧਨ ਲਈ ਕੋਈ ਯਤਨ ਨਹੀਂ ਕੀਤਾ। ਇਸ ਲਈ ਬਾਣੀ ਪੜ੍ਹ ਕੇ ਫਿਰ ਸਮਝ ਆਉਂਦੀ ਹੈ ਬਈ ਫਿਰ ਨਾਮ ਧਨ ਇਕੱਠਾ ਕਰਨ 'ਤੇ ਲੱਗੇ ਰਹੋ, ਸੰਸਾਰਕ ਧਨ 'ਤੇ ਆਪੇ ਹੀ ਆ ਜਾਏਗਾ, ਉਹ ਤਾਂ ਆਪੇ ਹੀ ਆ ਜਾਏ। ਰੱਬ ਨੂੰ ਪਿਆਰ ਕਰੋ, ਸੰਸਾਰ ਤੁਹਾਨੂੰ ਆਪੇ ਹੀ ਪਿਆਰ ਕਰੇਗਾ। ਉਹਦਾ ਨਾਮ ਜਪਣਾ ਹੀ ਉਹਨੂੰ ਪਿਆਰ ਕਰਨਾ। ਨਾਮ ਜਪੀ ਜਾਓ, ਇੱਕ ਤਾਂ ਪਰਮਾਤਮਾ ਨਾਲ ਪਿਆਰ ਹੋ ਜਾਏਗਾ, ਦੂਸਰਾ ਤੁਹਾਡੇ ਕੋਲ ਨਾਮ ਧਨ ਹੋ ਜਾਏਗਾ। ਜਿਹਦੇ ਕੋਲ ਨਾਮ ਧਨ ਹੋਏਗਾ ਉਹਦੇ ਕੋਲ ਸੰਸਾਰਕ ਧਨ ਜ਼ਰੂਰ ਆਪਣੇ ਆਪ ਆ ਜਾਏਗਾ। ਜਿਹਦੇ ਕੋਲ ਰੱਬੀ ਪਿਆਰ ਹੈ, ਸੰਸਾਰ ਉਸਨੂੰ ਆਪਣੇ ਆਪ ਹੀ ਪਿਆਰ ਕਰੇਗਾ। ਕਰਨਾ ਕਿ ਇਹਦਾ ਨਾਮ ਜਪੀ ਜਾਣੇ ਬਸ। ਜਿਹਦਾ ਵੀ ਤੁਸੀਂ ਨਾਮ ਜਪੀ ਜਾਓਗੇ ਉਹਦੇ ਨਾਲ ਤੁਹਾਡਾ ਪਿਆਰ ਪੈਣਾ ਹੀ ਪੈਣਾ। ਪਿਆਰੇ ਦੇ ਨਾਮ ਜਪਦੇ ਨੇ, ਜਿਹਦਾ ਕੌਣ ਜਪਦਾ? ਆਪਾਂ ਦੋ ਨੂੰ ਯਾਦ ਕਰਦੇ ਹਾਂ, ਪਿਆਰੇ ਨੂੰ ਯਾਦ ਕਰਦੇ ਹਾਂ, ਦੁਸ਼ਮਣ ਆਪੇ ਹੀ ਯਾਦ ਆ ਜਾਂਦਾ। ਉਹਨੂੰ ਯਾਦ ਨਹੀਂ ਕਰਦੇ, ਉਹ ਵੈਸੇ ਹੀ ਯਾਦ ਆ ਜਾਂਦਾ ਹੈ। ਇਸ ਲਈ ਰੱਬ ਨੂੰ ਯਾਦ ਕਰਦੇ ਰਹੋ, ਰੱਬ ਨੂੰ ਪਿਆਰ ਕਰੋ, ਫਿਰ ਸੰਸਾਰ ਤੁਹਾਨੂੰ ਪਿਆਰ ਕਰੇਗਾ। ਰੱਬ ਦਾ ਨਾਮ ਜਪੋ, ਤੁਹਾਡੇ ਕੋਲ ਨਾਮ ਧਨ ਹੋਏਗਾ। ਜਦੋਂ ਤੁਹਾਡੇ ਕੋਲ ਨਾਮ ਧਨ ਹੋਏਗਾ, ਸੰਸਾਰਕ ਧਨ ਆਪੇ ਹੀ ਆ ਜਾਏਗਾ। ਇਹ ਹੁਣ ਤੁਹਾਡੀ ਮਰਜ਼ੀ ਹੈ, ਫੈਸਲਾ ਤੁਸੀਂ ਕਰਨਾ। ਨਿਰਣਾ ਤਾਂ ਗੁਰੂ ਮਹਾਰਾਜ ਨੇ ਕਰ ਹੀ ਦਿੱਤਾ ਹੈਗਾ, ਉਦਾਹਰਨਾਂ ਤੁਹਾਡੇ ਸਾਹਮਣੇ ਨੇ।
ਇਸ ਲਈ ਕਹਿੰਦੇ ਹਰ ਕੀ ਪ੍ਰੀਤ ਸਦਾ ਸੰਗ ਚੱਲੇ। ਪਰਮਾਤਮਾ ਦਾ ਪਿਆਰ ਸਦਾ ਹੀ ਨਾਲ ਜਾਂਦਾ ਹੈ। ਦਿਆਲ ਪੁਰਖ ਪੂਰਨ ਪ੍ਰਤਪਾਲ। ਪਰਮਾਤਮਾ ਦਿਆਲੂ ਹੈ, ਸਭ ਥਾਂ 'ਤੇ ਵਸਦਾ ਹੈ, ਸਭ ਦੇ ਵਿੱਚ ਰਹਿੰਦਾ ਹੈ, ਸਾਰਿਆਂ ਦੀ ਪਾਲਣਾ ਪੋਸ਼ਣਾ ਕਰਦਾ ਹੈ। ਬਿਨਸਤ ਨਾਹੀ ਛੋੜ ਨਾ ਜਾਏ, ਜਹ ਪੇਖਾਂ ਤਹ ਰਿਹਾ ਸਮਾਏ। ਪਰਮਾਤਮਾ ਨਾਸ਼ ਨਹੀਂ ਹੁੰਦਾ, ਪਰਮਾਤਮਾ ਮਰਦਾ ਨਹੀਂ ਹੈ। ਛੋੜ ਨਾ ਜਾਏ, ਉਹ ਆਪਣੇ ਪਿਆਰੇ ਨੂੰ ਛੱਡ ਕੇ ਵੀ ਨਹੀਂ ਜਾਂਦਾ। ਤੁਹਾਡੇ ਬੱਚੇ ਤੁਹਾਨੂੰ ਛੱਡ ਕੇ ਚਲੇ ਜਾਂਦੇ ਨੇ, ਤੁਸੀਂ ਉਹਨੂੰ ਕਹਿੰਦੇ ਭਾਈ ਫੋਰਨ ਕੰਟਰੀ ਨਾ ਜਾਓ। ਇੱਕੋ ਦੇਖੋ ਤੁਹਾਡੇ ਇੱਥੇ ਕੋਠੀ ਵੀ ਹੈ, ਜ਼ਮੀਨ ਜਾਇਦਾਦ ਵੀ ਹੈ, ਇੱਥੇ ਤੁਹਾਡੇ ਲਈ ਸਭ ਕੁਛ ਹੈ। ਸਾਡੇ ਲਈ ਬੁਢਾਪਾ ਔਖਾ ਹੋ ਜਾਏਗਾ, ਤੁਸੀਂ ਨਾ ਜਾਓ। ਸਾਨੂੰ ਫਿਰ ਬੁਢਾਪੇ 'ਚ ਕੌਣ ਪਾਲੇਗਾ? ਸਭ ਕੁਛ ਹੈ ਖਾਣ ਪੀਣ ਨੂੰ, ਪਰ ਨਹੀਂ, ਬੱਚਾ ਮਾਂ ਪਿਓ ਨੂੰ ਛੱਡ ਕੇ ਜਾ ਰਿਹਾ। ਇੱਕੋ ਹੀ ਗੱਲ ਕਹੇ ਤੁਸੀਂ ਉੱਥੇ ਆ ਜਾਓ, ਇੱਕੋ ਗੱਲ ਕਹੇ ਤੁਸੀਂ ਉੱਥੇ ਆ ਜਾਓ। ਮਾਂ ਪਿਓ ਨੂੰ ਮੋਹ ਹੁੰਦਾ ਬੱਚਿਆਂ ਨਾਲ, ਬੱਚਿਆਂ ਨੂੰ ਮਾਂ ਪਿਓ ਨਾਲ ਮੋਹ ਨਹੀਂ ਹੁੰਦਾ ਹੈਗਾ। ਇਸ ਲਈ ਉਹਨੇ ਤੇ ਆਪਣਾ ਸਵਾਰਥ ਵੇਖਣਾ। ਬਸ ਤੁਹਾਡੀ ਹਾਲਤ ਨੂੰ ਨਹੀਂ ਵੇਖਣਾ ਕਿ ਤੁਹਾਨੂੰ ਕੌਣ ਸਾਂਭੇਗਾ ਅਤੇ ਕੌਣ ਨਹੀਂ ਸਾਂਭੇਗਾ। ਇੱਕ ਗੁੱਡੀ ਦਾ ਬਾਪ ਹਾਰਟ ਅਟੈਕ ਹੈ, PGI ਦਾਖਲ ਹੈ, ਉਹਦਾ ਵੀਜ਼ਾ ਆ ਗਿਆ, ਟਿਕਟ ਲਈ, ਬਾਪ ਨੂੰ PGI ਛੱਡ ਕੇ ਕੈਨੇਡਾ ਚਲੇ ਗਏ। ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਤੁਹਾਡੇ ਬੱਚੇ ਨੂੰ ਕਿੰਨਾ ਕੁ ਤੁਹਾਡੇ ਨਾਲ ਪਿਆਰ ਹੈ। ਕਿ ਝੂਠੇ ਰਿਸ਼ਤੇ ਨੇ, ਸੰਸਾਰਿਕ ਰਿਸ਼ਤੇ ਸਵਾਰਥ 'ਤੇ ਖੜ੍ਹੇ ਨੇ। ਜਿੰਨਾ ਚਿਰ ਤੁਹਾਡੇ ਤੱਕ ਸਵਾਰਥ ਹੈ, ਤੁਹਾਡਾ ਆਦਰ ਮਾਣ ਹੈ, ਤੁਹਾਡੇ ਨਾਲ ਪਿਆਰ ਹੈ। ਜੋ ਤੁਹਾਡੇ ਤੱਕ ਸਵਾਰਥ ਹੀ ਕੋਈ ਨਹੀਂ, ਫਿਰ ਤੂੰ ਕੌਣ ਅਤੇ ਮੈਂ ਕੌਣ? ਬੱਚਾ ਵੀ ਡੈਡੀ ਡੈਡੀ ਉਹਨਾਂ ਚਿਰ ਹੀ ਕਰਦਾ ਜਿੰਨਾ ਚਿਰ ਅਜੇ ਕਮਾਉਂਦਾ ਨਹੀਂ ਹੈਗਾ, ਤੁਹਾਡੇ 'ਤੇ ਨਿਰਭਰ ਹੈ। ਜਿੱਦੇ ਕਮਾਉਣ ਲੱਗਿਆ ਫਿਰ ਅੱਖਾਂ ਵਿਖਾਉਂਦਾ ਨਾਲ, ਉਹਨਾਂ ਚਿਰ ਹੀ ਹੈ, ਕਿਉਂਕਿ ਤੁਹਾਡੇ 'ਤੇ ਡਿਪੈਂਡੈਂਟ ਹੈ। ਇਸ ਕਰਕੇ ਡੈਡੀ ਡੈਡੀ ਮੰਮਾ ਮੰਮਾ ਕਰਦਾ। ਇਹ ਤਾਂ ਪਰਮਾਤਮਾ ਹੈ ਜਿਹੜਾ ਹਰ ਦੁੱਖ ਸੁੱਖ ਦੇ 'ਚ ਨਾਲ ਨਿਭਦਾ ਹੈ, ਮਰਨ ਤੋਂ ਬਾਅਦ ਵੀ ਨਾਲ ਜਾਂਦਾ ਹੈ। ਇਸ ਲਈ ਬਿਨਸਤ ਨਾਹੀ ਛੋੜ ਨਾ ਜਾਏ। ਪਰਮਾਤਮਾ ਬਿਨਸਦਾ ਨਹੀਂ ਹੈ, ਉਹ ਮਰਦਾ ਨਹੀਂ ਹੈ, ਉਹ ਛੱਡ ਕੇ ਵੀ ਨਹੀਂ ਜਾਂਦਾ। ਜਹ ਪੇਖਾਂ ਤਹ ਰਿਹਾ ਸਮਾਏ। ਮੈਂ ਜਿੱਥੇ ਵੀ ਉਸਨੂੰ ਵੇਖਦਾ ਉਹ ਉੱਥੇ ਹੀ ਵਸਦਾ, ਉੱਥੇ ਹੀ ਹੈ। ਜਿੱਥੇ ਵੀ ਮੈਂ ਵੇਖਦਾ ਕਦੇ ਪਰਮਾਤਮਾ ਉੱਥੇ ਹੀ ਹੈ। ਨਾ ਉਹ ਮਰਦਾ ਹੈ, ਨਾ ਛੱਡ ਕੇ ਜਾਂਦਾ ਹੈ। ਸੁੰਦਰ ਸੁਗੜ ਚਤੁਰ ਜੀ ਦਾਤਾ, ਭਾਈ ਪੂਤ ਪਿਤਾ ਪ੍ਰਭ ਮਾਤਾ। ਪਰਮਾਤਮਾ ਸੁੰਦਰ ਹੈ, ਸੁਗੜ ਇੱਕੋ ਹੀ ਗੱਲ ਹੈ। ਜੇ ਚੰਗੀ ਤਰ੍ਹਾਂ ਸਰੀਰ ਦੇ ਘੜਿਆ ਹੋਇਆ ਹੋਵੇ, ਕਈਆਂ ਦੇ ਸਰੀਰ ਦੀ ਬਣਤਰ ਬੜੀ ਹੀ ਵਧੀਆ ਹੁੰਦੀ ਹੈ, ਉਹ ਬੜੇ ਸੋਹਣੇ ਲੱਗਦੇ ਨੇ। ਕਈਆਂ ਦੀ ਸ਼ਕਲ ਤਾਂ ਵਧੀਆ ਹੁੰਦੀ ਹੈ, ਪਰ ਬਾਡੀ ਦੀ ਬਣਤਰ ਨਹੀਂ ਠੀਕ ਹੁੰਦੀ। ਕਈਆਂ ਦੀ ਬਾਡੀ ਦੀ ਬਣਤਰ ਹੀ ਬਹੁਤ ਵਧੀਆ ਹੁੰਦੀ ਹੈ। ਜਦੋਂ ਜਾ ਰਹੇ ਲੰਘ ਰਹੇ ਜੀ ਕਦੇ ਵੇਖੀ ਯਾਰ ਕਿੰਨੀ ਕਿੰਨੀ ਜ਼ਬਰਦਸਤ ਪਰਸਨੈਲਿਟੀ ਹੈ। ਮੈਂ ਇੱਕ ਵਾਰੀ ਕਰਨਾਲ ਕਿਤਾਬਾਂ ਦੀ ਦੁਕਾਨ 'ਤੇ ਖੜ੍ਹਾ, ਨਨਾਣ ਭਰਜਾਈ ਬਾਜ਼ਾਰ 'ਚ ਲੰਘਣਾ। ਕਰਨਾਲ ਜਿਹੜਾ ਮੇਨ ਬਾਜ਼ਾਰ ਹੈ ਬਹੁਤ ਕੋਈ 3 ਕਿਲੋਮੀਟਰ ਘੱਟ ਤੋਂ ਘੱਟ ਲੰਮਾ ਸੀ, ਚੌੜਾ ਸੀ। ਉਹ ਭਰਜਾਈ ਜਿਹੜੀ ਜੀ ਸੀ, ਸਾੜੀ ਸੂੜੀ ਨੇ ਬੰਨੀ, ਕੱਦ ਕਾਠ ਬਹੁਤ, ਗੋਰੀ ਨਿਸ਼ੋ। ਜਿੰਨਾ ਚਿਰ ਉਹ ਦਿਸਦੀ ਰਹੀ, ਲੋਕ ਸਭ ਕਿਆ ਦੁਕਾਨਦਾਰ ਕਿਆ ਗਾਹਕ,
ਉਹਨਾਂ ਵਾਲੀ ਵੇਖਦੇ ਰਹੇ ਵੀ ਕਿੰਨੀ ਜ਼ਬਰਦਸਤ ਪਰਸਨੈਲਿਟੀ ਹੈ, ਕਿੰਨੀ ਸੁੰਦਰ ਬੀਬੀ ਜਾ ਰਹੀ ਹੈ। ਜਦੋਂ ਦਿਸ ਨੂੰ ਹਟ ਕੇ ਵੀ 2 ਕਿਲੋਮੀਟਰ ਦੂਰ ਚਲੀ, ਹੁਣ ਨਹੀਂ ਦਿਸਦੀ, ਤਾਂ ਲੋਕ ਆਪਣਾ ਕੰਮ ਕਰਨ ਲੱਗੇ। ਐਂ ਪਰਮਾਤਮਾ ਜਦੋਂ ਕਿਤੇ ਦਰਸ਼ਨ ਹੋਏ ਨਾ, ਫਿਰ ਪਤਾ ਲੱਗੂ ਇਹ ਤਾਂ ਬੜਾ ਸੋਹਣਾ ਹੈ। ਪਰਮਾਤਮਾ ਸੁੰਦਰ ਹੈ, ਉਹ ਸੁਗੜ ਹੈ, ਚਤਰ, ਉਹ ਸਿਆਣਾ ਹੈ, ਜੀ ਦਾਤਾ, ਉਹ ਜੀਵਾਂ ਨੂੰ ਦਾਨ ਦੇਣ ਵਾਲਾ ਹੈ। ਭਾਈ, ਉਹ ਸਾਡਾ ਭਰਾ ਹੈ। ਪੂਤ, ਉਹ ਸਾਡਾ ਪੁੱਤਰ ਵੀ ਹੈ। ਪਿਤਾ, ਉਹ ਸਾਡਾ ਪਿਤਾ ਵੀ ਹੈ। ਮਾਤਾ, ਤੇ ਉਹ ਸਾਡੀ ਮਾਂ ਵੀ ਹੈ। ਤਾਂ ਹੀ ਪੰਚਮ ਪਾਤਸ਼ਾਹ ਹੋਰ ਥਾਂ 'ਤੇ, ਤੂੰ ਮੇਰਾ ਪਿਤਾ, ਤੂੰ ਹੈ ਮੇਰੀ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਸਭ ਕੁਛ ਹੋਈ ਹੈ। ਉਹਨਾਂ ਲਈ ਪਰਮਾਤਮਾ ਹੀ ਸਭ ਕੁਛ ਹੈ। ਜੀਵਨ ਪ੍ਰਾਣ ਆਧਾਰ ਮੇਰੀ ਰਾਸ, ਪ੍ਰੀਤ ਲਾਈ ਕਾ ਹਿਰਦੈ ਨਿਵਾਸ। ਪਰਮਾਤਮਾ ਜੀਵਨ ਪ੍ਰਾਣ ਆਧਾਰ ਮੇਰੀ ਰਾਸ। ਪਰਮਾਤਮਾ ਮੇਰਾ ਜੀਵਨ ਹੈ, ਮੇਰੇ ਪ੍ਰਾਣਾਂ ਦਾ ਆਧਾਰ ਹੈ। ਉਹ ਮੇਰੀ ਪੂੰਜੀ ਹੈ, ਰਾਸ ਪੂੰਜੀ ਹੈ। ਮੈਂ ਹਿਰਦੇ 'ਚ ਉਹਨੂੰ ਨਿਵਾਸ, ਉਹਨੂੰ ਵਸਾ ਕੇ ਉਹਨੂੰ ਪਿਆਰ ਕਰਦਾ। ਮੈਂ ਉਹਦੀ ਯਾਦ ਨੂੰ ਹਿਰਦੇ 'ਚ ਵਸਾ ਲਿਆ ਅਤੇ ਉਹਨੂੰ ਪ੍ਰੀਤ ਲਾਈ, ਉਹਦੇ ਨਾਲ ਉਹਦਾ ਪਿਆਰ ਕਰਦਾ ਉਸਨੂੰ। ਫਿਰ ਪਰਮਾਤਮਾ ਨੇ ਕੀ ਕੀਤਾ? ਮਾਇਆ ਸਿਲਕ ਕਾਟੀ ਗੋਪਾਲ, ਕਰ ਆਪਣਾ ਲੀਨੋ ਨਜ਼ਰ ਨਿਹਾਲ। ਸਿਲਕ ਹੁੰਦੀ ਰੱਸੀ, ਫਾਹੀ। ਇਹ ਅੰਗਰੇਜ਼ੀ ਵਾਲਾ ਸਿਲਕ ਰੇਸ਼ਮ ਨਹੀਂ ਸਮਝ ਲੈਣਾ। ਸਿਲਕ ਹੁੰਦੀ ਰੱਸੀ, ਫਾਹੀ। ਗੋਪਾਲ ਲੱਲੇ ਨੂੰ ਸਿਹਾਰੀ ਹੈ ਪਰਮਾਤਮਾ ਨੇ। ਪਰਮਾਤਮਾ ਨੇ ਕਹਿੰਦੇ ਫਿਰ ਸਾਡੀ ਮਾਇਆ ਦੀ ਫਾਹੀ ਕੱਟਤੀ, ਮਾਇਆ ਦਾ ਮੋਹ ਖਤਮ ਕਰਤਾ। ਪਰਮਾਤਮਾ ਨੇ ਸਾਡੇ ਅੰਦਰ ਮਾਇਆ ਦੀ ਫਾਹੀ ਕੱਢਤੀ, ਸਾਡੇ ਅੰਦਰ ਮਾਇਆ ਦਾ ਮੋਹ ਖਤਮ ਕਰਤਾ। ਕਰ ਆਪਣਾ ਲੀਨੋ ਨਜ਼ਰ ਨਿਹਾਲ, ਅਤੇ ਕਿਰਪਾ ਦ੍ਰਿਸ਼ਟੀ ਕਰਕੇ, ਨਜ਼ਰ ਨਿਹਾਲ, ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਆਪਣਾ ਬਣਾ ਲਿਆ, ਸਾਨੂੰ ਆਪਣਾ ਬਣਾ ਲਿਆ। ਕਿਉਂ? ਉਹਨੂੰ ਪਿਆਰ ਕਰਦੇ ਰਹੇ, ਉਹਨੂੰ ਹੀ ਸਭ ਕੁਝ ਸਮਝਿਆ। ਮਾਂ ਵੀ ਸਮਝਿਆ, ਪਿਤਾ ਵੀ ਸਮਝਿਆ, ਪੁੱਤਰ ਵੀ ਸਮਝਿਆ, ਭਰਾ ਵੀ ਸਮਝਿਆ। ਉਹਦੀ ਭਜਨ ਬੰਦਗੀ ਕਰਦੇ ਰਹੇ, ਉਹਨੂੰ ਜੀਵਨ ਦਾ ਆਧਾਰ ਸਮਝ ਲਿਆ ਹੈ। ਉਹਨੂੰ ਹਿਰਦੇ 'ਚ ਵਸਾ ਲਿਆ, ਉਹਦੀ ਯਾਦ ਨੂੰ। ਫਿਰ ਪਰਮਾਤਮਾ ਨੇ ਮਾਇਆ ਦੀ ਫਾਹੀ, ਮੋਹ ਦੀ ਫਾਹੀ ਕੱਟਤੀ ਅਤੇ ਕਿਰਪਾ ਦ੍ਰਿਸ਼ਟੀ ਕਰਕੇ ਆਪਣਾ ਬਣਾ ਲਿਆ। ਸਿਮਰ ਸਿਮਰ ਕਾਟੇ ਸਭ ਰੋਗ, ਚਰਨ ਧਿਆਨ ਸਰਬ ਸੁਖ ਭੋਗ। ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ, ਸਾਰੇ ਰੋਗ ਕੱਟ ਲੈਂਦਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਰੋਗ ਗਿਣੇ ਬਾਣੀ 'ਚ। ਆਹ ਢਿੱਡ ਪੀੜ, ਸਿਰ ਪੀੜ, ਇਹ ਨਹੀਂ ਗਿਣੇ ਗਿਆ ਬਾਣੀ 'ਚ। ਜਿੱਥੇ ਸਰੀਰ ਲੱਗੇ ਉੱਥੇ ਇਹ ਚੀਜ਼ਾਂ ਤਾਂ ਹੋਣਗੀਆਂ। ਗੁਰਬਾਣੀ 'ਚ ਜਿੱਥੇ ਲਿਖਿਆ ਜੋ ਜੋ ਦੀਸੈ ਸੋ ਸੋ ਰੋਗੀ, ਉੱਥੇ ਇਹ ਨਹੀਂ ਮਤਲਬ ਕਿ ਇਹਦਾ ਸਿਰ ਪੀੜ ਹੋ ਰਿਹਾ ਜੀ, ਕਦੇ ਢਿੱਡ ਪੀੜ ਰਿਹਾ, ਕਦੇ ਕੁਛ ਹੋ ਰਿਹਾ, ਇਹ ਨਹੀਂ ਹੈਗਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ 5 ਰੋਗ ਨੇ। ਅਤੇ ਜਿਹੜਾ ਵੀ ਬੰਦਾ ਵਿਖਾਈ ਦੇ ਰਿਹਾ ਹੈ, ਚਾਹੇ ਕੀੜੀ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ, ਸਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਅਧੀਨ ਨੇ। ਸਿਮਰ ਸਿਮਰ ਕਾਟੇ ਸਭ ਰੋਗ। ਸਿਮਰਨ ਕਰ ਕਰਕੇ ਸਾਰੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਰੋਗ ਕੱਟ ਲੈ। ਚਰਨ ਧਿਆਨ ਸਰਬ ਸੁਖ ਭੋਗ। ਪਰਮਾਤਮਾ ਦੇ ਚਰਨਾਂ ਦਾ ਧਿਆਨ ਰੱਖਣ ਵਿੱਚ, ਇਹ ਧਿਆਨ ਧਰਨ ਵਿੱਚ ਸਾਰੇ ਸੁੱਖਾਂ ਦਾ ਭੋਗਣਾ ਹੈ। ਜਿਹੜਾ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਦਾ, ਸਮਝੋ ਨੇ ਸਾਰੇ ਸੁੱਖ ਭੋਗ ਲੈ। ਸਿਮਰਨ ਕਰ ਕਰਕੇ ਸਾਰੇ ਰੋਗ ਕੱਟ ਲੈ। ਇਸ ਲਈ ਸਿਮਰਨ ਕਰੋ।
ਕਿਉਂਕਿ 5 ਬੁਰਾਈਆਂ ਨੇ, ਸਾਰੀ ਦੁਨੀਆ ਇਹਨਾਂ ਦੇ ਅਧੀਨ ਹੈ। ਇਹਨਾਂ ਦੇ ਅਧੀਨ ਰਹਿ ਕੇ ਫਿਰ ਮਨੁੱਖ ਬੁਰੇ ਕੰਮ ਕਰਦਾ ਹੈ, ਫਿਰ ਦੁੱਖ ਭੋਗਦਾ ਹੈ। ਜਦੋਂ ਮਨੁੱਖ ਸਿਮਰਨ ਕਰਦਾ, ਬਾਣੀ ਪੜ੍ਹਦਾ, ਉਹਨੂੰ ਸੋਝੀ ਆ ਜਾਂਦੀ ਹੈ, ਉਹ ਫਿਰ ਇਹਨਾਂ ਤੋਂ ਬਚ ਕੇ ਰਹਿੰਦਾ ਹੈ, ਇਸ ਲਈ ਸੁੱਖ ਭੋਗਦਾ। ਸਿੱਧਾ ਹਿਸਾਬ ਹੈ। ਇਹਨਾਂ ਦੇ ਅਧੀਨ ਰਹੋਗੇ, ਦੁੱਖ ਭੋਗੋਗੇ, ਇਹਨਾਂ ਤੋਂ ਆਜ਼ਾਦ ਹੋ ਜਾਓਗੇ, ਸੁੱਖ ਭੋਗੋਗੇ। ਅਤੇ ਆਜ਼ਾਦ ਹੋਣ ਦਾ ਢੰਗ ਕੀ ਦੱਸੇ? ਸਿਮਰਨ ਕਰਨਾ, ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ। ਸਿਮਰ ਸਿਮਰ ਕਾਟੇ ਸਭ ਰੋਗ, ਸਿਮਰ ਸਿਮਰ ਕਾਟੇ ਸਭ ਰੋਗ, ਸਿਮਰ ਸਿਮਰ ਕਾਟੇ ਸਭ ਰੋਗ, ਸਿਮਰ ਸਿਮਰ ਕਾਟੇ ਸਭ ਰੋਗ। ਚਰਨ ਧਿਆਨ ਸਰਬ ਸੁਖ ਭੋਗ, ਚਰਨ ਧਿਆਨ ਸਰਬ ਸੁਖ ਭੋਗ, ਚਰਨ ਧਿਆਨ ਸਰਬ ਸੁਖ ਭੋਗ, ਚਰਨ ਧਿਆਨ ਸਰਬ ਸੁਖ ਭੋਗ। ਪੂਰਨ ਪੁਰਖ ਨਵ ਤਨ ਨਿਤ ਬਾਲਾ, ਹਰ ਅੰਤਰ ਬਾਹਰ ਸੰਗ ਰਖਵਾਲਾ। ਪੂਰਨ ਪੁਰਖ ਪਰਮਾਤਮਾ ਪਰਿਪੂਰਨ ਹੈ। ਪੂਰਨ ਤੋਂ ਭਾਵ ਇਹ ਨਹੀਂ ਕੋਈ ਅਧੂਰਾ ਹੈ, ਜੋ ਪਰਿਪੂਰਨ ਹੈ, ਸਭ ਥਾਂ 'ਤੇ ਵਸਦਾ ਹੈ। ਉਹ ਪੁਰਖ ਹੈ, ਸਭ ਦੇ ਵਿੱਚ ਵਸਦਾ ਹੈ। ਨਵ ਤਨ ਹੈ, ਉਹ ਸਦਾ ਹੀ ਨਵੇਂ, ਪੁਰਾਣਾ ਨਹੀਂ ਹੁੰਦਾ। ਬਾਲਾ, ਉਹ ਸਦਾ ਹੀ ਜਵਾਨ ਹੈ। ਪਰਮਾਤਮਾ ਪਰਿਪੂਰਨ ਹੈ, ਉਹ ਸਭ ਦੇ ਵਿੱਚ ਵਸਦਾ ਹੈ। ਉਹ ਸਦਾ ਹੀ ਨਵਾਂ ਹੈ, ਉਹ ਹਮੇਸ਼ਾ ਜਵਾਨ ਹੈ। ਹਰ ਅੰਤਰ ਬਾਹਰ ਸੰਗ ਰਖਵਾਲਾ। ਪਰਮਾਤਮਾ ਮਨੁੱਖ ਦੇ ਅੰਦਰ ਵੀ ਅਤੇ ਬਾਹਰ ਵੀ ਸਦਾ ਨਾਲ ਰਹਿੰਦਾ ਅਤੇ ਉਹਦੀ ਰੱਖਿਆ ਕਰਦਾ ਹੈ। ਪਰਮਾਤਮਾ ਫਿਰ ਆਪਣੇ ਭਗਤ ਦੇ ਨਾਲ ਰਹਿੰਦਾ ਅਤੇ ਉਹਦੀ ਹਰ ਪ੍ਰਕਾਰ ਦੀ ਰੱਖਿਆ ਕਰਦਾ ਹੈ। ਕਹੋ ਨਾਨਕ ਹਰ ਹਰ ਪਦ ਚੀਨ, ਸਰਬਸ ਨਾਮ ਭਗਤ ਕੋ ਅਧੀਨ। ਪਰਮਾਤਮਾ ਨੇ ਭਗਤ ਨੂੰ ਆਪਣਾ ਨਾਮ ਦਿੱਤਾ, ਜਿਸ 'ਚ ਸਰਬਸ, ਜਿਸ 'ਚ ਸਭ ਕੁਛ ਹੀ ਹੈ, ਜਿਸ ਦੇ ਵਿੱਚ ਸਭ ਕੁਛ ਹੈ। ਆਪਣੇ ਭਗਤਾਂ ਨੂੰ ਉਹ ਨਾਮ ਦੀ ਦਾਤ ਦਿੰਦਾ ਹੈ। ਨਾਮ 'ਚ ਸਭ ਕੁਛ ਹੀ ਹੈ। ਸੁਖਮਨੀ ਸਾਹਿਬ ਦੀ ਪਹਿਲੇ 2 ਅਸ਼ਟਪਦੀਆਂ ਪੜ੍ਹ ਲਓ। ਨਾਮ ਜਪਣਾ ਕੀ ਕੁਛ ਮਿਲਦਾ, ਤੁਹਾਨੂੰ ਗਿਆਨ ਹੋ ਜਾਏਗਾ, ਤੁਸੀਂ ਹੱਕੇ ਬੱਕੇ ਹੋ ਜਾਓਗੇ। ਹੈ ਇੰਨਾ ਕੁਛ ਮਿਲਦਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ। ਉਹਨੂੰ ਕਦੇ ਸੌਖੀ ਹੈ ਸੁਖਮਨੀ ਸਾਹਿਬ, ਕੋਈ ਔਖੇ ਨਹੀਂ ਹੈਗੇ। ਪਹਿਲੇ 2 ਅਸ਼ਟਪਦੀ ਇੱਕ ਇੱਕ ਲਾਈਨ ਕਰਕੇ ਪੜ੍ਹਿਓ, ਸਮਝ ਕੇ ਪੜ੍ਹਿਓ। ਪਹਿਲੀਆਂ 2 ਲਾਈਨ 'ਚ 68 ਲਾਭ ਲਿਖੇ ਨਾਮ ਜਪਣ ਦੇ। 68 ਲਾਭ, ਲਾਭ ਹੀ ਲਾਭ ਨੇ, ਲਾਭ ਹੀ ਲਾਭ ਨੇ। ਇਸ ਲਈ ਨਾਮ ਜਪਣਾ ਚਾਹੀਦਾ। ਭਾਵੇਂ ਤੁਸੀਂ ਲਿਸਟ ਬਣਾ ਲਿਓ ਵੀ ਨਾਮ ਜਪਣ ਆਹ ਮਿਲਦਾ ਹੈ, ਨਾਮ ਜਪਣ ਆਹ ਮਿਲਦਾ ਹੈ, ਆਹ ਮਿਲਦਾ ਹੈ, ਆਹ ਮਿਲਦਾ। ਤੁਸੀਂ 68 ਲਿਸਟ 68 ਗੱਲਾਂ ਆ ਜਾਣੀਆਂ ਵੀ ਇੰਨਾ ਕੁਛ ਮਿਲਦਾ ਨਾਮ ਜਪਣ ਨਾਲ। ਤਾਂ ਉਹ ਕਹਿੰਦੇ ਨੇ ਸਰਬਸ ਨਾਮ ਭਗਤ ਕੋ ਦੀਨ। ਉਹ ਆਪਣੇ ਭਗਤਾਂ ਨੂੰ ਨਾਮ ਦੀ ਦਾਤ ਦਿੰਦਾ, ਜਿਸ 'ਚ ਸਭ ਕੁਛ ਹੀ ਹੈ। ਸਰਬਸ ਸਭ ਕੁਝ, ਜਿਸ 'ਚ ਸਭ ਕੁਛ ਹੀ। ਕਹੋ ਨਾਨਕ ਹਰ ਹਰ ਪਦ ਚੀਨ। ਇਸ ਲਈ ਹੈ ਇਨਸਾਨ, ਤੂੰ ਪਰਮਾਤਮਾ ਨੂੰ ਜਾਣ। ਚੀਨਾਂ ਦਾ ਜਾਣਨਾ, ਤੂੰ ਪਰਮਾਤਮਾ ਨੂੰ ਜਾਣ, ਫਿਰ ਤੈਨੂੰ ਉਹਦੀ ਪਦਵੀ ਦਾ, ਉਹਦੀ ਅਵਸਥਾ ਦਾ ਫਿਰ ਤੈਨੂੰ ਪਤਾ ਲੱਗੇਗਾ। ਇਸ ਲਈ ਜੇ ਤੁਸੀਂ ਵੀ ਨਾਮ ਜਪੀ ਜਾਓਗੇ, ਜਪੀ ਜਾਓਗੇ, ਜਪੀ ਜਾਓਗੇ, ਜਿੱਦੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਤੁਸੀਂ ਭਗਤ ਹੋ ਜਾਓਗੇ। ਹੋਰ ਕੀ, ਸੰਤ ਕਹਿ ਲਓ, ਭਗਤ ਕਹਿ ਲਓ। ਗੁਰਬਾਣੀ ਅਨੁਸਾਰ ਪਹਿਲੀ ਡਿਗਰੀ ਪਰਮਾਤਮਾ ਹੈ।
ਦੂਜੇ ਨੰਬਰ 'ਤੇ ਗੁਰੂ ਹੈ, ਤੀਜੇ ਨੰਬਰ 'ਤੇ ਭਗਤ ਹੈ, ਚੌਥੇ ਨੰਬਰ 'ਤੇ ਸੰਤ ਹੈ। ਹੈਨ ਚਾਰੇ ਹੀ ਬ੍ਰਹਮ ਗਿਆਨੀ, ਹੈਨ ਚਾਰੇ ਹੀ ਬ੍ਰਹਮ ਗਿਆਨੀ। ਸੋ ਇਸ ਲਈ ਉਹਨਾਂ ਨੂੰ ਫਿਰ ਪਰਮਾਤਮਾ ਆਪਣੇ ਨਾਮ ਦੀ ਦਾਤ ਦੇ ਦਿੰਦਾ ਵੀ ਜਾਓ ਮੇਰਾ ਨਾਮ ਜਪੀਏ ਤੁਹਾਨੂੰ ਸਭ ਕੁਛ ਹੀ ਮਿਲ ਜਾਏਗੀ, ਇਸੇ 'ਚ ਹੀ ਸਭ ਕੁਛ ਹੈ। ਕਿਤੇ ਪਰਮਾਤਮਾ ਸਾਡੇ ਦਿਮਾਗ 'ਚ ਚੰਗੀ ਤਰ੍ਹਾਂ ਗੱਲ ਬਿਠਾ ਦੇਵੇ। ਅਸੀਂ ਸੰਸਾਰੀ ਹਾਂ, ਸਮਾਂ ਪਾ ਕੇ ਭੁੱਲ ਭੁਲਾ ਜਾਂਦਾ ਹੈ। ਇੱਥੇ ਜੋ ਸੁਣਿਆ ਜੋ ਪੜ੍ਹਿਆ ਇਹ ਕੁਝ ਸਮੇਂ ਬਾਅਦ ਭੁੱਲ ਜਾਣਾ ਹੈ ਅਤੇ ਕਿਤੇ ਯਾਦ ਰਹਿ ਜੇ। ਮੇਰੇ ਕੋਲ ਜੀ ਸਮਾਂ ਨਹੀਂ ਹੈ, ਇਹ ਬਹਾਨਾ, ਇਹ ਬਹਾਨੇਬਾਜ਼ੀ ਹੈ। ਤੁਸੀਂ ਪਰਮਾਤਮਾ ਦਾ ਨਾਮ ਜਪੋ ਸਮੇਂ ਸਮੇਂ, ਸਮੇਂ ਸਮੇਂ। ਨਹੀਂ ਜਪੋਗੇ ਤੁਹਾਡੇ ਕੋਲ ਕੋਈ ਸਮਾਂ ਨਹੀਂ ਹੈ, ਤੁਹਾਡੇ ਕੰਮ ਹੀ ਨਹੀਂ ਮੁੱਕਣੇ। ਤੁਸੀਂ ਕੰਮ ਤੋਂ ਸਿਰ ਖੁਰਕਣ ਦੀ ਵੇਲ ਨਹੀਂ ਹੈ, ਫਿਰ ਇੰਨੇ ਕੰਮ ਹੋ ਜਾਣਗੇ। ਨਾਮ ਜਪੋ, ਬਸ ਕੰਮ ਘਟਦੇ ਜਾਣਗੇ, ਘਟਦੇ ਹੌਲੀ 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 ਤੁਸੀਂ ਵਿਹਲੇ ਹੁੰਦੇ ਜਾਓਗੇ। ਨਾਮ ਜਪੋ। ਨਾਮ ਸਿਰਫ ਉਦੋਂ ਨਹੀਂ ਜਪਿਆ ਜਾ ਸਕਦਾ ਜਦੋਂ ਅਸੀਂ ਦਿਮਾਗੀ ਕੰਮ ਕਰ ਰਹੇ ਹਾਂ। ਇੱਕ ਬੰਦਾ ਬੈਂਕ 'ਚ ਬੈਠਾ, ਗਾਹਕਾਂ ਨੂੰ ਅਟੈਂਡ ਕਰ ਰਿਹਾ, ਲੰਬੀ ਲਾਈਨ ਲੱਗੀ ਹੈ, ਉਹ ਨੋਟ ਗਿਣ ਰਿਹਾ ਹੈ, ਉਹ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਕਰ ਸਕਦਾ। ਪਰ ਜੋ ਨੋਟ ਗਿਣਨ ਦੇ ਨਹੀਂ ਕੰਮ ਕਰ ਰਿਹਾ, ਤੁਸੀਂ ਕੋਈ ਸਰੀਰਕ ਕੰਮ ਕਰ ਰਹੇ ਹੋ, ਸੈਰ ਕਰ ਰਹੇ ਹੋ, ਲੇਟੇ ਹੋਏ ਹੋ, ਬੈਠੇ ਹੋਏ ਹੋ, ਜਾਂ ਕੋਈ ਹਲ ਵਾਹ ਰਹੇ ਹੋ, ਕੋਈ ਗੋਡੀ ਕਰ ਰਹੇ ਹੋ, ਕੁਛ ਹੋਰ ਕੰਮ ਸਰੀਰਕ ਕਰ ਰਹੇ ਹੋ, ਉਸ ਵਿੱਚ ਤੁਸੀਂ ਨਾਮ ਜਪ ਸਕਦੇ ਹੋ ਅਗਰ ਆਦਤ ਪਾਈ ਹੋਵੇ। ਦੇਖੋ ਕਿੰਨਾ ਸਮਾਂ ਹੋਵੇਗਾ, ਸਮਾਂ ਹੀ ਸਮਾਂ, ਸਮਾਂ ਹੀ ਸਮਾਂ ਹੈ। ਨਾਮ ਜਪਣ ਵਾਲਾ ਹੋਣਾ ਚਾਹੀਦਾ ਕੋਈ ਸਮਾਂ। ਨਾਲ ਫਿਰ ਹਿੰਦੁਸਤਾਨ ਤਾਂ ਵੇਲੜਾਂ ਦਾ ਦੇਸ਼ ਕਿਹਾ ਗਿਆ ਹੈ। ਸਾਰੇ ਸੰਸਾਰ 'ਚ ਕਹਿੰਦੇ ਵੀ ਇਹ ਵੇਲੜਾਂ ਦਾ ਦੇਸ਼ ਹੈ। ਮੈਂ ਇਸ ਨੂੰ ਸਭ ਤੋਂ ਵਧੀਆ ਦੇਸ਼ ਗਿਣਦਾ ਵੀ ਵੇਲੜਾਂ ਦਾ ਦੇਸ਼, ਇਹਦੇ ਬਾਵਜੂਦ ਸਭ ਨੂੰ ਖਾਣ ਪੀਣ ਨੂੰ ਮਿਲ ਰਿਹਾ, ਵਧੀਆ ਮਿਲ ਰਿਹਾ। ਤੁਹਾਡੇ ਜਵਾਕ ਕੋਈ ਕੰਮ ਨਹੀਂ ਕਰਦੇ, 1.5 ਲੱਖ ਦਾ ਹੇਠਾਂ ਮੋਟਰਸਾਈਕਲ ਹੈ, 2 ਲੀਟਰ ਰੋਜ਼ ਤੇਲ ਫੂਕਦੇ ਨੇ, ਕੀ ਗਲੀਆਂ ਫਿਰੀ ਜਾਂਦੇ, 2-2 3-3 ਬੈਠੇ ਹੋਏ, ਕੋਈ ਕੰਮ ਨਹੀਂ ਕਰਦੇ, ਖਾਣ ਪੀਣ ਨੂੰ ਵਧੀਆ। ਜਿਹੜਾ ਜ਼ਿਆਦਾ ਨਲਾਇਕ ਹੈ, ਨਲਾਇਕ ਹੈ, ਉਹ ਮਾਂ ਬੜਾ ਦਾ ਖਿਆਲ ਰੱਖਦੀ ਹੈ, ਸਗੋਂ ਜ਼ਿਆਦਾ ਖਾਣ ਪੀਣ ਨੂੰ ਦਿੰਦੀ ਨਲਾਇਕ ਨੂੰ। ਕਹਿੰਦੇ ਲਾਇਕ ਤਾਂ ਆਪੇ ਖਾ ਪੀ ਲਏਗਾ, ਇਹ ਤਾਂ ਲਾਇਕ ਹੈ, ਆਪੇ ਕਮਾ ਕੇ ਖਾ ਲਏਗਾ। ਜਿਵੇਂ ਨਲਾਇਕ ਕਰਮਚਾਰੀ ਨੂੰ ਜਿਹੜਾ ਅਫਸਰ ਹੈ ਕੰਮ ਨਹੀਂ ਦਿੰਦਾ ਹੈਗਾ, ਫਿਰ ਕਰਨਾ ਤਾਂ ਹੈ ਨਹੀਂ। ਜਿਹੜਾ ਲਾਇਕ ਹੈ ਉਸ 'ਤੇ ਬੋਝ ਪੈ ਜਾਂਦਾ ਫਿਰ ਉਹਦਾ ਵੀ। ਹਾਂਜੀ, ਅਗਲਾ ਕਹਿੰਦਾ ਮੈਂ ਫਿਰ ਲਾਇਕ ਬਣ ਕੇ ਕੀ ਖੱਟੇ ਹੋਏ ਹੈ, ਆਹ ਨਲਾਇਕ ਨੇ ਵਿਹਲੇ ਫਿਰੀ ਜਾਂਦੇ ਨੇ। ਇਹ ਨਲਾਇਕ ਨੇ। ਸਾਡੇ ਇੱਕ PT ਮਾਸਟਰ ਸੀ, NDS ਵੱਲੋਂ ਆਇਆ ਕਰਦੇ ਸੀ। ਉਹਨੇ ਜਦੋਂ ਉਹਨਾਂ ਸਕੂਲੇ ਤੜਮ ਕਰਕੇ ਕੁਰਸੀ 'ਤੇ ਡਿੱਗਣਾ, ਉਹਦੀ ਕੇਨ ਤੋੜ ਦੇਣੀ, ਫਿਰ ਕੋਈ ਕੁਰਸੀ ਕੱਢੋ। ਉਹਨੂੰ ਪ੍ਰਿੰਸੀਪਲ ਭੇਜੀ ਵੀ ਰੱਖਦਾ ਸੀ ਔਨ ਡਿਊਟੀ, ਤੂੰ ਆਹ ਕਰਿਆ, ਤੂੰ ਆਹ ਕਰਿਆ, ਵੀ ਸਾਡੀ ਕੁਰਸੀ 'ਤੇ ਬਚੀ ਰਹਿ ਗਈ। ਇੱਕ ਹੋਰ ਸੀ, ਉਹ ਪੀ ਕੇ ਆ ਜਾਇਆ ਕਰਦਾ ਸੀ, ਹੈ ਹਿਸਾਬ ਮਾਸਟਰ ਸੀ। ਜਿੱਦੇ ਪ੍ਰਿੰਸੀਪਲ ਛੁੱਟੀ 'ਤੇ ਉਹਦੀ ਕੁਰਸੀ 'ਤੇ ਬਹਿ ਜਾਣਾ, ਮੇਜ਼ ਦੇ ਉੱਤੇ ਸ਼ੀਸ਼ਾ ਹੁੰਦਾ ਹੈ, ਉਹਨੇ ਮੁੱਕਾ ਮਾਰਨਾ, ਸ਼ੀਸ਼ਾ ਕਰੈਕ ਕਰ ਦੇਣਾ। ਇਹੋ ਜਿਹਾ ਨੂੰ ਉਹ ਬਾਹਰ ਹੀ ਰੱਖਦਾ ਸੀ। ਮੈਂ ਦੇਖੋ ਤਾਂ ਦੂਰ ਹੀ ਮੌਜ ਹੈ, ਕੰਮ ਨਹੀਂ ਕਰਨਾ ਦਿੰਦਾ, ਨਹੀਂ ਕਰ ਫਿਰੀ ਜੇ ਬਾਹਰ। ਪਰ ਅਖੀਰ ਨੂੰ ਕੰਮ ਵਾਲੇ ਦੀ ਕਦਰ, ਅਫਸਰ ਕੰਮ ਵਾਲੇ ਦੀ ਕਦਰ ਕਰਦਾ। ਉਹ ਚਾਹੇ ਵਿਚਾਰਾ ਕਿਵੇਂ ਕਹੇ ਯਾਰ ਹੁਣ ਕੰਮ 'ਤੇ ਕਰ ਰਹੀ ਹੈ, ਕਿਸੇ ਪਲੋਸ ਕਿਸੇ ਨੂੰ ਕੁਛ ਕਹੇ। ਖਾਸ ਕਰ ਮੈਂ ਦੇਖਿਆ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਨਾ, ਵਿਧਾਨ ਸਭਾ ਸੈਸ਼ਨ, ਉਦੋਂ ਬੜਾ ਕੰਮ ਹੋ ਜਾਂਦਾ। ਉਹ ਮੰਗ ਲੈਂਦੇ ਨੇ, ਅੰਕੜੇ ਮੰਗਦੇ ਨੇ, ਭੇਜੋ ਜੀ ਫਟਾਫਟ, ਸਾਰੇ ਕੰਮ ਛੱਡ ਕੇ ਉਹਨਾਂ ਦੇ ਕੰਮ ਕਰਨੇ ਪੈਂਦੇ ਹਨ ਜੀ। ਸੋ ਇਸ ਲਈ ਪਰਮਾਤਮਾ ਜਿਹੜਾ ਹੈ, ਮਾਂ ਪਿਓ ਦੇ ਨਲਾਇਕ ਦੀ ਪਾਲਣਾ ਪੋਸ਼ਣ ਕਰਦੇ, ਪਰ ਪਰਮਾਤਮਾ ਆਪਣੇ ਭਗਤ ਦੇ ਸਭ ਪ੍ਰਕਾਰ ਦੇ ਸੁੱਖ ਦਿੰਦਾ ਉਹਨੂੰ।
ਉਹ ਕਹਿੰਦਾ ਤੂੰ ਮੇਰਾ ਨਾਮ ਜਪਦਾ ਜਾ, ਇਸੇ 'ਚ ਹੀ ਸਾਰਾ ਕੁਛ ਹੀ। ਰਾਗ ਗੌੜੀ ਮਾਝ ਮਹਿਲਾ ਪੰਜਵਾਂ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਇੱਕ ਓਂਕਾਰ ਭਾਵ ਪਰਮਾਤਮਾ, ਸਤਿਗੁਰ ਸਤਿਗੁਰੂ ਦੀ ਪ੍ਰਸਾਦ ਹਿੰਦੀ ਦਾ ਸ਼ਬਦ ਹੈ, ਕਿਰਪਾ ਨਾਲ। ਦੱਦੇ ਨੂੰ ਸਿਹਾਰੀ ਨਾ ਹੁੰਦੀ ਫਿਰ ਉਹਨੇ ਸੀ ਕਿਰਪਾ। ਦੱਦੇ ਨੂੰ ਸਿਹਾਰੀ ਕਿਰਪਾ ਨਾਲ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਤੁਸੀਂ ਕਹੋ ਜੇ ਤੇ ਮਿਲਦਾ ਹੈ ਤਾਂ ਕਿਤੇ ਸ਼ਬਦ ਹੈ ਨਹੀਂ। ਇੱਕ ਓਂਕਾਰ ਸਤਿਗੁਰ ਪ੍ਰਸਾਦ ਹੈ। ਪਰਮਾਤਮਾ ਸਤਿਗੁਰੂ ਦੀ ਕਿਰਪਾ ਨਾਲ, ਇੱਥੇ ਤੱਕ ਅਰਥ ਹੈ ਵੀ ਮਿਲਦਾ ਹੈ ਤਾਂ ਕਿਤੇ ਲਿਖਿਆ ਨਹੀਂ। ਜਿਵੇਂ ਇੱਕ ਓਂਕਾਰ ਹੈ, ਇੱਕ ਓ, ਇਹੀ ਲਿਖਿਆ ਨਾ। ਅੰਕਾਰ ਤੁਸੀਂ ਆਪ ਲਾਉਂਦੇ ਹੋ ਨਾ, ਲਿਖਿਆ ਤਾਂ ਨਹੀਂ। ਜਿਵੇਂ ਕਹਾ ਗਿਆ ਜੀ ਬਾਬਾ ਜੀ ਤੁਸੀਂ ਬਿੰਦੀਆਂ ਲਾਉਂਦੇ ਹੋ ਜੀ, ਐਂ ਕਰਦੇ ਹੋ। ਜਿਵੇਂ ਲਿਖਿਆ ਉਵੇਂ ਪੜ੍ਹਨਾ ਚਾਹੀਦਾ। ਅੱਛਾ ਲੈ ਫਿਰ ਮੈਂ ਦੱਸ, ਮੈਂ ਪਾਤਾ ਮੈਂ ਇੱਕ ਓ ਪਾਤਾ। ਮੈਂ ਬੋਲੇ ਕੀ ਹੈ ਕਿ ਇੱਕ ਓਂਕਾਰ, ਮੈਨੂੰ ਇੱਕ ਓ ਹੈ। ਅੰਕਾਰ ਤਾਂ ਕਿਤੇ ਲਿਖਿਆ ਹੀ ਨਹੀਂ ਹੈਗਾ। ਨਹੀਂ ਜੀ ਬੋਲਦੇ ਨੇ, ਮੈਂ ਬਸ ਫਿਰ ਹਾਂ ਗੱਲ ਤਾਂ ਆਹੀ ਹੈ। ਬੋਲਦੇ ਨੇ ਦਿੰਦਾ ਦੇ ਲੈਂਦੇ ਤੱਕ ਪਾਏ, ਦੇਦਾ ਨਹੀਂ ਚੱਲੇਗਾ। ਇੱਕ ਓਂਕਾਰ, ਇੱਕ ਓ ਨਹੀਂ ਚਲੇਗਾ, ਇੱਕ ਓਂਕਾਰ ਚਲੇਗਾ। ਮੈਂ ਚਲੇ ਵੀ ਛੱਡ, ਅੱਗੇ ਪੜ੍ਹ। ਕਹਿੰਦੇ ਸਤਨਾਮ ਮੈਨੂੰ ਤਾਂ ਤੇਰੇ ਸਿਹਾਰੀ ਬੋਲ, ਮੰਮੀ ਨੇ ਔਂਕੜ ਬੋਲ, ਸਤੀ ਨਾਮੂ ਬੋਲ। ਨਹੀਂ ਸਤਨਾਮ ਪੜ੍ਹਦੇ ਸਾਰੇ। ਮੈਂ ਜਾਂ ਫਿਰ ਤੇਰੀ ਤਸੱਲੀ ਹੋ ਗਈ ਵੀ ਜਿਵੇਂ ਲਿਖੇ ਉਵੇਂ ਨਹੀਂ ਪੜ੍ਹਿਆ ਜਾ ਸਕਦਾ। ਉਵੇਂ ਦਾ ਤੂੰ ਮੂਲ ਮੰਤਰ ਵੀ ਨਹੀਂ ਭਰਾਵਾ ਪੜ੍ਹ ਸਕਦਾ, ਬਾਕੀ ਬਾਣੀ ਤਾਂ ਤੂੰ ਕਿੱਥੋਂ ਪੜ੍ਹੇਗਾ। ਫਿਰ ਤਾਂ ਪੜ੍ਹ ਇੱਕ ਹੋ ਸਤੀ ਨਾਮੂ ਕਰਤਾ ਪੁਰਖੂ ਨਿਰਭਉ ਨਿਰਵੈਰੂ ਅਕਾਲ ਮੂਰਤੀ ਅਜੂਨੀ ਸੈਭੰ ਗੁਰ ਪ੍ਰਸਾਦੀ ਜਪੂ ਆਦਿ ਸਚ ਸਚੂ ਜੁਗਾਦੀ ਸਚੂ। ਮੈਂ ਜਿਵੇਂ ਲਿਖਿਆ ਹੁੰਦਾ, ਕੋਈ ਵੀ ਜ਼ਬਾਨ ਉਸ ਤਰ੍ਹਾਂ ਨਹੀਂ ਪੜ੍ਹੀ ਜਾਂਦੀ ਹੁੰਦੀ। ਚਲੋ ਖੈਰ, ਬਾਕੀ ਮੈਨੂੰ ਕਿ ਮੇਰੇ ਜੋ ਮਰਜ਼ੀ ਪੜ੍ਹੀ ਜਾਓ, ਮੇਰੀ ਕਿਹੜਾ ਢਿੱਡ ਪੀੜ ਹੁੰਦੀ। ਖੋਜਤ ਫਿਰੇ ਅਸੰਖ ਅੰਤ ਨ ਪਾਰੀਆ, ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆ। ਰੱਬ ਨੂੰ ਖੋਜਣ 'ਤੇ ਲੱਗੇ ਦੁਨੀਆ ਸੰਖ ਤੱਕ ਗਿਣਤੀ ਹੁੰਦੀ ਹੈ। ਏਕ ਨੂੰ 18 ਸਿਫਰਾਂ ਤੱਕ ਸੰਸਾਰ ਦੀ ਗਿਣਤੀ, ਉਦੋਂ ਅੱਗੇ ਕੋਈ ਗਿਣਤੀ ਨਹੀਂ ਹੈ। ਏਕ ਨੂੰ ਜਦੋਂ 18 ਸਿਫਰਾਂ ਲੱਗਦੀਆਂ, ਭਾਰਤ 'ਚ ਉਹਨੂੰ ਕਹਿੰਦੇ ਨੇ ਸੰਖ, ਉਦੋਂ ਅੱਗੇ ਫਿਰ ਕਹਿੰਦੇ ਅਸੰਖ, ਗਿਣਤੀ ਤੋਂ ਰਹਿਤ ਹੈ। ਇੰਗਲਿਸ਼ ਵਾਲੇ ਵੀ 18 ਸਿਫਰਾਂ ਤੱਕ ਹੀ ਪੜ੍ਹਦੇ ਨੇ। ਏਕ ਨੂੰ 6 ਸਿਫਰਾਂ ਮਿਲੀਅਨ, ਏਕ ਨੂੰ 12 ਸਿਫਰਾਂ ਬਿਲੀਅਨ, ਏਕ ਨੂੰ 18 ਸਿਫਰਾਂ ਟ੍ਰਿਲੀਅਨ। ਇੱਥੇ ਜਾ ਕੇ ਉਹਨਾਂ ਦੀ ਗਿਣਤੀ ਖਤਮ ਹੋ ਜਾਂਦੀ। ਉਦੋਂ ਅੱਗੇ ਅਸੰਖ ਹੈ। ਖੋਜਤ ਫਿਰੇ ਅਸੰਖ, ਬੇਅੰਤ ਲੋਕ ਪਰਮਾਤਮਾ ਨੂੰ ਖੋਜਦੇ ਰਹਿ ਗਏ। ਅੰਤ ਨਾ ਪਾਰੀਆ, ਪਰ ਉਹਦਾ ਕੋਈ ਅੰਤ ਨਹੀਂ ਪਾ ਸਕਿਆ। ਉਹਦਾ ਅੰਤ ਨਹੀਂ ਪਾ ਸਕਿਆ ਕਿ ਕਿੱਥੇ ਜਾ ਕੇ ਮੁੱਕਦਾ ਹੈ। ਸਹੀ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾ ਕੀਤੀ, ਕਿਰਪਾਰੀਆ। ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾ ਕੀਤੀ ਉਹ ਭਗਤ ਹੋ ਗਏ। ਉਹ ਪਰਮਾਤਮਾ ਨੂੰ ਖੋਜਣ ਨਿਕਲੇ, ਉਹ ਤੇ ਭਗਤੀ ਕਰਨ ਲਈ ਨਿਕਲੇ ਵੀ ਪਰਮਾਤਮਾ ਦੀ ਭਗਤੀ ਕਰਨੀ ਬਸ। ਸੋ ਕੌਣ ਭਗਤ ਹੋਏ? ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾ ਕਰਦੀ। ਪਰਮਾਤਮਾ ਕਿਹਨਾਂ 'ਤੇ ਕਿਰਪਾ ਕਰਦਾ? ਜਿਹੜੇ ਨਾਮ ਜਪਦੇ ਨੇ। ਪਹਿਲਾਂ ਪਰਮਾਤਮਾ ਕਿਰਪਾ ਕਰਦਾ, ਮਨੁੱਖ ਨੂੰ ਗੁਰੂ ਕੋਲੇ ਭੇਜਦਾ ਹੈ। ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਉਹਨੂੰ ਨਾਮ ਦੀ ਦਾਤ ਦਿੰਦੇ। ਫਿਰ ਉਹ ਨਾਮ ਜਪਦਾ ਹੈ, ਫਿਰ ਪਰਮਾਤਮਾ ਉਸ 'ਤੇ ਕਿਰਪਾ ਕਰਦਾ ਹੈ ਅਤੇ ਉਹਨੂੰ ਭਗਤ ਬਣਾਉਂਦਾ ਹੈ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ। ਅਸੰਖਾਂ ਲੋਕ ਪਰਮਾਤਮਾ ਨੂੰ ਖੋਜਦੇ ਰਹੇ ਪਰ ਅੰਤ ਨਾ ਪਾ ਸਕੇ।
ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਉਹ ਭਗਤ ਹੋ ਗਏ। ਹੋਣਾ ਤੇ ਭਗਤ ਹੈ ਬਸ। ਖੋਜਤ ਫਿਰੇ ਅਸੰਖ ਅੰਤ ਨ ਪਾਰੀਆ, ਖੋਜਤ ਫਿਰੇ ਅਸੰਖ ਅੰਤ ਨ ਪਾਰੀਆ, ਖੋਜਤ ਫਿਰੇ ਅਸੰਖ ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ। ਸਾਡਾ ਕੰਮ ਹੈ ਭਗਤੀ ਕਰਦੇ ਰਹਿਣਾ, ਕਰਦੇ ਰਹਿਣਾ, ਕਰਦੇ ਰਹਿਣਾ। ਜਿੱਦੇ ਗੁਰੂ ਮਹਾਰਾਜ ਨੇ ਪ੍ਰਮਾਤਮਾ ਨੇ ਕਿਰਪਾ ਕਰਤੀ ਬਸ ਉਹਦੇ ਸੰਤ ਮਤ ਬਣ ਜਾਏਗਾ। ਹੋਰ ਕੀ ਹੈ? ਸਾਡਾ ਕੰਮ ਹੈ ਲੱਗੇ ਰਹਿਣਾ, ਬਾਕੀ ਤਾਂ ਸਭ ਗੁਰੂ ਦਾ ਕੰਮ ਹੈ, ਪ੍ਰਮਾਤਮਾ ਦਾ ਕੰਮ ਹੈ। ਉਹ ਕਹਿੰਦੇ ਲੱਗੇ ਰਹੋ, ਲੱਗੇ ਰਹੋ। ਪਤਾ ਨਹੀਂ ਕਦੋਂ ਕਿਰਪਾ ਹੋ ਜਾਣੀ ਹੈ, ਇਹ ਉਹਨਾਂ ਦੀ ਮਰਜ਼ੀ ਹੈ। ਜਿਵੇਂ ਇੱਕ ਨੌਜਵਾਨ ਸਾਧੂ ਇੱਕ ਦਰਖਤ ਹੇਠਾਂ ਬੈਠਾ ਭਗਤੀ ਕਰ ਰਿਹਾ, ਇੱਕ ਬਜ਼ੁਰਗ ਹੈਗੇ ਉਹ ਵੀ ਦਰਖਤ ਹੇਠਾਂ ਬੈਠਾ ਹੈ, ਉਹ ਵੀ ਭਗਤ ਭਜਨ ਬੰਦਗੀ ਕਰ ਰਿਹਾ। ਨਾਰਦ ਜੀ ਲੰਘੇ, ਪਹਿਲੇ ਨੂੰ ਕਹਿੰਦੇ ਨੌਜਵਾਨ ਭਗਤ ਨੂੰ ਕਿ ਮੈਂ ਵਿਸ਼ਨੂੰ ਮਹਾਰਾਜ ਨੂੰ ਮਿਲਣ ਚੱਲਿਆ, ਕੁਛ ਪੁੱਛਣਾ? ਕਹਿੰਦਾ ਹਾਂ ਜੀ, ਪੁੱਛ ਕੇ ਆਇਓ ਵੀ ਮੈਨੂੰ ਪਰਮਾਤਮਾ ਕਿੰਨੇ ਸਾਲਾਂ ਨੂੰ ਮਿਲੇਗਾ। ਕਹਿੰਦੇ ਅੱਛਾ। ਅੱਗੇ ਬਜ਼ੁਰਗ ਸੀ 70 ਸਾਲ ਦਾ, ਉਹਨੂੰ ਕਹਿੰਦੇ ਮੈਂ ਵਿਸ਼ਨੂੰ ਮਹਾਰਾਜ ਨੂੰ ਮਿਲਣ ਚੱਲਿਆ, ਬੋਲ ਕੋਈ ਪੁੱਛਣਾ? ਕਹਿੰਦੇ ਹਾਂ ਜੀ, ਨੂੰ ਪੁੱਛਿਓ ਵੀ ਮੈਨੂੰ 70 ਸਾਲ ਹੋ ਗਏ ਇੱਥੇ ਬੈਠਿਆ ਹੋਇਆ, ਹੋਰ ਅਜੇ ਕਿੰਨੇ ਕੁ ਸਾਲ ਲੱਗਣਗੇ ਮੈਨੂੰ ਪ੍ਰਾਪਤੀ 'ਚ? ਕਹਿੰਦੇ ਪੁੱਛਾਵਾਂਗੇ ਭਾਈ। ਵਿਸ਼ਨੂੰ ਮਹਾਰਾਜ ਤੋਂ ਪੁੱਛਿਆ, ਕਹਿੰਦੇ ਉਹਨਾਂ ਨੂੰ ਜਾ ਕੇ ਕਹਿ ਦੇ ਵੀ ਜਿਸ ਦਰਖਤ ਹੇਠਾਂ ਬੈਠੇ ਹਨ ਉਸ ਨੂੰ ਜਿੰਨੇ ਪੱਤੇ ਲੱਗੇ ਨੇ ਅਜੇ ਇੰਨੇ ਸਾਲ ਹੋਰ ਲੱਗਣਗੇ ਉਹਨਾਂ ਨੂੰ। ਜਿਸ ਦਰਖਤ ਹੇਠਾਂ ਬੈਠੇ ਨਾ ਉਸ ਨੂੰ ਜਿੰਨੇ ਪੱਤੇ ਲੱਗੇ ਨੇ ਇੰਨੇ ਸਾਲ ਅਜੇ ਹੋਰ ਲੱਗਣਗੇ। ਚਲੋ ਵਿਸ਼ਨੂੰ ਮਹਾਰਾਜ ਆਏ, ਪਹਿਲਾ ਬਜ਼ੁਰਗ ਟੱਕਰਿਆ। ਹਾਂ ਮਹਾਰਾਜ ਜੀ ਵੀ ਕੀ ਪਤਾ ਕਰਕੇ ਆਏ? ਕਹਿੰਦੇ ਭਾਈ ਜਿਸ ਦਰਖਤ ਹੇਠਾਂ ਤੂੰ ਬੈਠਾ ਨਾ ਉਹ ਜਿੰਨੇ ਦੇ ਪੱਤੇ ਨੇ ਓਨੇ ਸਾਲ ਤੈਨੂੰ ਲੱਗਣੇ ਨੇ ਹੋਰ ਅਜੇ ਭਜਨ ਬੰਦਗੀ 'ਚ। ਉਹਨੇ ਆਪਣੀ ਟਿੰਡ ਫੋੜੀ ਸੁੱਟਤੀ, ਕਹਿੰਦਾ 70 ਸਾਲ ਤਾਂ ਮੈਨੂੰ ਪਹਿਲਾਂ ਬੈਠੇ ਹੋ ਗਏ, ਇਹ ਤਾਂ ਪਤਾ ਹੀ ਨਹੀਂ ਕਿੰਨੇ ਕੁ ਸਾਲ ਹੋਰ ਲੱਗਣਗੇ। ਉਹਨੇ ਭਜਨ ਬੰਦਗੀ ਛੱਡਤੀ, ਕਹਿੰਦਾ ਮੈਂ ਨਹੀਂ ਕਰਦਾ। ਨੌਜਵਾਨ ਕੋਲ ਆ ਗਏ, ਹਾਂਜੀ ਮਾਰੇ ਕੀ ਸੁਨੇਹਾ ਲੈ ਕੇ? ਕਹਿੰਦੇ ਪਰਮਾਤਮਾ ਕਹਿੰਦਾ ਜਿਸ ਦਰਖਤ ਹੇਠਾਂ ਤੂੰ ਬੈਠਾ ਇਸ ਦਰਖਤ ਨੂੰ ਜਿੰਨੇ ਪੱਤੇ ਲੱਗੇ ਨੇ ਇੰਨੇ ਸਾਲ ਤੈਨੂੰ ਹੋਰ ਲੱਗਣਗੇ। ਉਹ ਤਾਂ ਉੱਠ ਕੇ ਨੱਚਣ ਲੱਗ ਪਿਆ, ਨੱਚੀ ਜਾ ਰਿਹਾ, ਨੱਚੀ ਜਾ ਰਿਹਾ। ਉਹ ਕਹਿੰਦੇ ਨਾਰਦ ਜੀ ਤੈਨੂੰ ਕਹਿੰਦੇ ਕੀ ਹੋ ਗਿਆ? ਕਹਿੰਦਾ ਮੈਨੂੰ ਤਾਂ ਬਹੁਤ ਅੱਜ ਖੁਸ਼ੀ ਹੈ, ਘੱਟ ਤੋਂ ਘੱਟ ਮੈਨੂੰ ਇਹ ਤਾਂ ਪਤਾ ਲੱਗ ਗਿਆ ਵੀ ਇੰਨੇ ਸਾਲ ਲੱਗਣਗੇ। ਕੋਈ ਗੱਲ ਨਹੀਂ, ਦੋਨਾਂ ਅਵਸਥਾ ਦੇਖ ਲਓ। ਇੱਕ ਕਹਿੰਦਾ ਇੰਨੇ ਸਾਲ ਕੌਣ ਲਾਏਗਾ, ਇੰਨੇ ਸਾਲ। ਦੂਜਾ ਕਹਿੰਦਾ ਕੋਈ ਪਰਵਾਹ ਨਹੀਂ, ਪਤਾ ਤਾਂ ਲੱਗ ਗਿਆ ਵੀ ਇੰਨੇ ਸਾਲ ਲੱਗਣਗੇ। ਹਾਂਜੀ, ਸੋ ਹੁਣ ਤੁਸੀਂ ਆਪ ਵੇਖ ਲਓ ਰੱਬ ਕਿਸ 'ਤੇ ਖੁਸ਼ ਹੋਇਆ ਹੋਵੇਗਾ। ਸਾਡਾ ਕੰਮ ਹੈ ਜਿੰਨਾ ਚਿਰ ਜਿਉਨੇ ਹਾਂ ਲੱਗੇ ਰਹੋ। ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ, ਚਲਦਿਆਂ ਨਾਲ ਹਰ ਚਲਸੀ ਹਰ ਅੰਤੇ ਲੈ ਛੁਡਾਏ। ਜੋਬਨ ਦੇ ਦੋ ਅਰਥ ਹੁੰਦੇ ਜਵਾਨੀ, ਇੱਕ ਹੁੰਦਾ ਜੀਵਨ। ਜਿੰਨਾ ਚਿਰ ਸਰੀਰ 'ਚ ਇੱਕ ਵੀ ਸਵਾਸ ਬਾਕੀ ਹੈ, ਜਬ ਲਗ ਜੋਬਨ ਸਾਸ ਹੈ, ਜਿੰਨਾ ਚਿਰ ਸਰੀਰ 'ਚ ਇੱਕ ਵੀ ਸਵਾਸ ਹੈ ਨਾ, ਤਬ ਲਗ ਨਾਮ ਧਿਆਏ, ਉਹਨਾਂ ਚਿਰ ਕਹਿੰਦੇ ਨਾਮ ਜਪੀ ਜਾਓ।
ਚਲਦਿਆਂ ਨਾਲ ਹਰ ਚਲ ਸੀ। ਜਦ ਤੁਸੀਂ ਸਰੀਰ ਤਿਆਗ ਕੇ ਸੰਸਾਰ 'ਚ ਜਗਨ, ਇਹ ਰੱਬ ਤੁਹਾਡੇ ਨਾਲ ਹੀ ਜਾਏਗਾ। ਹਰ ਅੰਤੇ ਲੈ ਛਡਾਏ, ਅਤੇ ਜਿੱਥੇ ਜਮਦੂਤਾਂ ਨਾਲ ਵਾਹ ਪੈਣਾ ਉੱਥੇ ਪਰਮਾਤਮਾ ਨੇ ਤੁਹਾਨੂੰ ਛਡਾ ਲੈਣਾ, ਉੱਥੇ ਤੁਹਾਨੂੰ ਛਡਾ ਲੈਣਾ। ਇਸ ਲਈ ਸਾਡਾ ਕੰਮ ਹੈ ਵਾਹਿਗੁਰੂ 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 ਕਰੀ ਜਾਣਾ ਮਰਨ ਤੱਕ। ਦੇਖੋ ਕਈਆਂ ਦੀ ਉਦਾਹਰਨ ਹੈ ਸਾਡੇ ਕੋਲ। ਅਜਾਮਲ ਹੋਇਆ ਹੈ, ਬ੍ਰਾਹਮਣ ਸੀ। ਉਹ ਜਿਹੜਾ ਪਿਤਾ ਸੀ ਉਹ ਰਾਜੇ ਦਾ ਜਿਹੜਾ ਸੀ ਦਰਬਾਰ ਦੇ ਵਿੱਚ ਕਥਾ ਕਰਿਆ ਕਰਦਾ ਸੀ ਧਾਰਮਿਕ ਗ੍ਰੰਥਾਂ ਦੀ। ਸਮਾਂ ਪਾ ਕੇ ਉਹ ਮਰ ਗਿਆ। ਰਾਜੇ ਨੇ ਸੋਚਿਆ ਚਲੋ ਪਰਿਵਾਰ ਦਾ ਗੁਜ਼ਾਰਾ ਚੱਲਦਾ ਰਹੇ, ਮੁੰਡਾ ਵੀ ਵਿਦਵਾਨ ਹੈ ਅਜਾਮਲ, ਵੀ ਇਹਨੂੰ ਨੌਕਰੀ ਦੇ ਦਿੰਦੇ। ਉਹਦੇ ਪਿਤਾ ਦੀ ਥਾਂ 'ਤੇ ਉਹਨੂੰ ਕਥਾ ਕਰਨ ਲਾ ਤਾ। ਚਲੋ ਕਥਾ ਕਰਦਾ ਸੀ, ਵਧੀਆ ਕਰਦਾ ਸੀ। ਕੁਝ ਦਿਨਾਂ ਬਾਅਦ ਕਿਸੇ ਨੇ ਆ ਕੇ ਰਾਜੇ ਨੂੰ ਕਿਹਾ, ਮਹਾਰਾਜ ਜੀ ਇਹ ਤਾਂ ਵੇਸਵਾ ਕੋਲੇ ਜਾਂਦਾ ਹੈ, ਇਹਦਾ ਚਰਿੱਤਰ ਚੰਗਾ ਨਹੀਂ ਹੈਗਾ। ਜਦੋਂ ਕਥਾ ਕਰਨ ਆਇਆ, ਸੰਗਤ ਬੈਠੀ ਹੈ, ਰਾਜੇ ਨੇ ਪੁੱਛਿਆ ਵੀ ਸੱਚੋ ਸੱਚ ਦੱਸ ਪਏ ਜਾਮਲ, ਤੂੰ ਵੇਸਵਾ ਨੂੰ ਪਿਆਰ ਕਰਦਾ? ਕਹਿੰਦਾ ਹਾਂਜੀ। ਕਹਿੰਦੇ ਸੁਣ, ਇਹ ਦੋਨੋਂ ਗੱਲਾਂ ਠੀਕ ਨਹੀਂ ਹੈਗੀ। ਜੇ ਤਾਂ ਤੂੰ ਕਥਾ ਕਰਨੀ ਹੈ ਫਿਰ ਤੇ ਵੇਸਵਾ ਦਾ ਖਹਿੜਾ ਛੱਡ ਦੇ, ਅਤੇ ਜੇ ਤੂੰ ਵੇਸਵਾ ਨੂੰ ਪਿਆਰ ਕਰਨਾ ਫਿਰ ਕਥਾ ਛੱਡ ਦੇ। ਕਹਿ ਜੀ ਮੈਂ ਵੇਸਵਾ ਨੂੰ ਨਹੀਂ ਛੱਡ ਸਕਦਾ, ਮੈਂ ਕਥਾ ਛੱਡ ਸਕਦਾ ਹਾਂ। ਦੇਖ ਰਾਜੇ ਨੂੰ ਚੜ੍ਹਿਆ ਗੁੱਸਾ ਵੀ ਇਹ ਨਾ ਬੇਵਕੂਫ ਹੈ। ਹੁਕਮ ਕਰਦਾ ਨੌਕਰਾਂ ਨੂੰ, ਇਹਨੂੰ ਮੇਰੇ ਦੇਸ਼ 'ਚ ਬਾਹਰ ਕੱਢਿਓ, ਜਿੱਥੋਂ ਤੱਕ ਮੇਰੀ ਹੱਦ ਹੈ ਨਾ ਉਦੋਂ ਬਾਹਰ ਕੱਢਿਓ। ਵੇਸਵਾ ਨੂੰ ਵੀ ਲਿਆ ਅਤੇ ਉਹਨੂੰ ਵੀ ਲਿਆ, ਦੋਨਾਂ ਨੂੰ ਹੱਦ ਤੋਂ ਬਾਹਰ ਕੱਢਿਆ। ਅੱਗੇ ਜੰਗਲ ਸੀ। ਚਲੋ ਜੀ ਝੌਂਪੜੀ ਬਣਾ ਕੇ ਰਹਿਣ ਲੱਗ ਪਏ ਨੇ। ਸਮਾਂ ਪਾ ਕੇ 7 ਜਵਾਕ ਹੋ ਗਏ। ਉਹ ਸ਼ਿਕਾਰ ਖੇਡਣ ਜਾਂਦਾ, ਸ਼ਿਕਾਰ ਮਾਰ ਕੇ ਲਿਆਉਂਦਾ ਹੈ, ਬਾਜ਼ਾਰ 'ਚ ਵੇਚ ਕੇ ਥੋੜ੍ਹਾ ਬਹੁਤਾ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਹੈ। ਗਰੀਬੀ ਅੱਤ ਦੀ ਹੋ ਗਈ ਹੈ। 8ਵਾਂ ਬੱਚਾ ਹੋਣ ਵਾਲਾ ਸੀ। ਇੰਨੇ 'ਚ ਨੂੰ 2 ਸਾਧੂ ਉੱਧਰੋਂ ਲੰਘੇ। ਉਹਨਾਂ ਜਿਹੜੀ ਝੌਂਪੜੀ ਸੀ ਅਜਾਮਲ ਦੀ, ਝੌਂਪੜੀ ਦੇ ਸਾਹਮਣੇ ਇੱਕ ਦਰਖਤ ਸੀ, ਦਰਖਤ ਦੇ ਹੇਠਾਂ ਦੋਨੋਂ ਸਾਧੂ ਬੈਠ ਗਏ। ਅਜਾਮਲ ਸ਼ਿਕਾਰ ਖੇਡਣ ਗਿਆ ਸੀ, ਉਹਦੀ ਘਰ ਵਾਲੀ ਵੇਸਵਾ ਉਹ ਘਰ ਸੀ। ਉਹਨੇ ਕਿਹਾ ਬੜੇ ਸਾਲਾਂ ਬਾਅਦ ਸਾਧੂਆਂ ਦੇ ਦਰਸ਼ਨ ਹੋਏ ਨੇ। ਘਰ 'ਚ ਦੇਖਦੀ ਹੈ ਹੋਰ ਤਾਂ ਕੁਛ ਹੈ ਨਹੀਂ, ਭੁੱਜੇ ਛੋਲੇ ਨੇ ਥੋੜ੍ਹੇ ਜਿਹੇ। ਇੱਕ ਕੌਲੀ 'ਚ ਭੁੱਜੇ ਛੋਲੇ ਪਾਏ, 2 ਗਲਾਸ ਪਾਣੀ ਲਿਆ ਅਤੇ ਸਾਧੂ ਨੂੰ ਜਾ ਕੇ ਮੱਥਾ ਟੇਕਿਆ। ਕਹਿੰਦੇ ਮਹਾਰਾਜ ਜੀ ਅਸੀਂ ਬਹੁਤ ਗਰੀਬ ਹਾਂ, ਬਸ ਆਹ ਥੋੜ੍ਹੇ ਦਾਣੇ ਨੇ, ਇਹ ਤੁਸੀਂ ਕਬੂਲ ਕਰੋ। ਸਾਧੂ ਨੇ ਦਾਣੇ ਚੱਬਣੇ ਸ਼ੁਰੂ ਕਰਤੇ। ਦਾਣੇ ਚੱਬਦਿਆਂ ਚੱਬਦਿਆਂ ਸਾਧੂਆਂ ਨੇ ਪੁੱਛਣਾ ਸ਼ੁਰੂ ਕਰਤਾ ਵੀ ਤੁਸੀਂ ਤਾਂ ਜੰਗਲ 'ਚ ਕਿਉਂ ਰਹਿੰਦੇ ਹੋ, ਤੁਸੀਂ ਆਬਾਦੀ 'ਚ ਕਿਉਂ ਨਹੀਂ ਰਹਿੰਦੇ। ਉਹਨੇ ਆਪਣੀ ਸਾਰੀ ਕਹਾਣੀ ਸੁਣਾਈ ਵੀ ਇਸ ਤਰ੍ਹਾਂ ਮੇਰਾ ਪਤੀ ਜਿਹੜਾ ਸੀ ਕਥਾ ਕਰਦਾ ਸੀ ਰਾਜ ਦੇ ਦਰਬਾਰ 'ਚ, ਪਰ ਉਹ ਮੈਨੂੰ ਪਿਆਰ ਕਰਦਾ ਸੀ। ਰਾਜੇ ਨੇ ਕਿਹਾ ਵੀ ਦੋਨਾਂ 'ਚ ਇੱਕ ਕੰਮ ਕਰ ਲੈ, ਜਾਂ ਕਥਾ ਕਰ ਅਤੇ ਉਹਨੂੰ ਛੱਡ ਦੇ ਵੇਸਵਾ ਨੂੰ, ਅਤੇ ਜੇ ਵੇਸਵਾ ਰੱਖਣੇ ਫਿਰ ਕਥਾ ਛੱਡ ਦੇ। ਮੇਰੇ ਘਰ ਵਾਲੇ ਨੇ ਮੇਰੇ ਨਾਲ ਪਿਆਰ ਹੋਣ ਕਰਕੇ ਕਥਾ ਵਾਰਤਾ ਬੰਦ ਕਰਤੀ। ਰਾਜੇ ਨੂੰ ਗੁੱਸਾ ਚੜਿਆ, ਉਹਨੇ ਸੁਣ ਆਪਣੇ ਦੇਸ਼ 'ਚ ਬਾਹਰ ਕੱਢਤਾ ਸੀ, ਇੱਥੇ ਆ ਗਏ। ਮਹਾਤਮਾ ਜੀ ਅਸੀਂ ਅਤ ਗਰੀਬ ਹਾਂ, ਔਲਾਦ ਵੀ ਬਹੁਤ ਹੋ ਗਈ ਹੈ, 7 ਹੋ ਗਏ ਨੇ, 8ਵਾਂ ਹੋਣ ਵਾਲਾ ਹੈ। ਮਹਾਤਮਾ ਨੇ ਸੋਚਿਆ ਇਹਨਾਂ ਦਾ ਭਲਾ ਕਰਨਾ ਚਾਹੀਦਾ ਹੈ, ਕਿ ਸਾਧੂ ਦਾ ਕੰਮ ਹੀ ਭਲਾ ਕਰਨਾ। ਉਹ ਕਹਿੰਦੇ ਭਾਈ ਇੰਨੇ ਚਿਰ ਨੂੰ ਅਜੇ ਗੱਲਾਂ ਬਾਤਾਂ ਕਰਨੇ, ਅਜਾਮਲ ਵੀ ਆ ਗਿਆ। ਉਹਨੇ ਦੇਖਿਆ ਵੀ 2 ਸਾਧੂਆਂ ਦੇ ਕੋਲ ਮੇਰੀ ਘਰ ਵਾਲੀ ਬੈਠੀ ਹੈ। ਉਹ ਜਿਹੜਾ ਸ਼ਿਕਾਰ ਮਾਰ ਕੇ ਲਿਆਇਆ ਸੀ ਉਹਨੇ ਪਿੱਛੇ ਰੱਖਿਆ, ਆ ਕੇ ਸਾਧੂ ਨੂੰ ਮੱਥਾ ਟੇਕਿਆ। ਸਾਧੂ ਕਹਿੰਦੇ ਭਾਈ ਤੇਰੇ ਘਰ ਬੱਚਾ ਹੋਣ ਵਾਲਾ ਹੈ, ਉਹਦਾ ਨਾਮ ਰੱਖੋ ਤੁਸੀਂ ਨਾਰਾਇਣ। ਨਾਰਾਇਣ ਕਰਕੇ ਹੀ ਬੁਲਾਉਣਾ, ਹੋਰ ਕੋਈ ਨਾਮ ਨਹੀਂ ਰੱਖਣਾ, ਨਾਰਾਇਣ ਕਰਕੇ ਹੀ ਉਹਨੂੰ ਬੁਲਾਉਣਾ ਹੈ। ਕਹਿੰਦੇ 7 ਬਚਨ ਜੀ।
ਸਮਾਂ ਪਾ ਕੇ ਪੁੱਤਰ ਹੋਇਆ, ਉਹਦਾ ਉਹਨੇ ਨਾਰਾਇਣ ਰੱਖਤਾ। ਜਦੋਂ ਬਾਅਦ ਨਾਰਾਇਣ 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 ਕਰਕੇ ਪਿਆਰ ਕਰਦੇ ਹਨ ਉਸਨੂੰ। ਐਂ ਕਾਫੀ ਸਮਾਂ ਨਾਰਾਇਣ ਨਾਰਾਇਣ ਕਰਦਿਆਂ ਬੀਤ ਗਿਆ ਹੈ। ਇੱਕ ਦਿਨ ਅਜਾਮਲ ਦਾ ਅੰਤ ਸਮਾਂ ਆ ਗਿਆ, ਜਮਦੂਤ ਆ ਗਏ। ਉਹ ਡਰ ਗਿਆ, ਡਰ ਕੇ ਉਹਦੇ ਮੂੰਹ ਨਾਰਾਇਣ ਨਿਕਲਿਆ। ਜਿਉਂ ਹੀ ਨਾਰਾਇਣ ਨਿਕਲਿਆ, ਜਮਦੂਤ ਚਲੇ ਗਏ, ਦੇਵਤੇ ਆ ਗਏ, ਉਸ ਨੂੰ ਸਵਰਗਾਂ ਨੂੰ ਲੈ ਗਏ। ਇਸ ਲਈ ਇਨਸਾਨ ਕਿਹੋ ਜਿਹਾ ਵੀ ਕਿਉਂ ਨਾ ਹੋਵੇ, ਅਗਰ ਉਹ ਤੋਬਾ ਕਰ ਲੈ ਕਿ ਅੱਗੇ ਤੋਂ ਮੈਂ ਇਹ ਮਾੜਾ ਕਰਮ ਨਹੀਂ ਕਰਾਂਗਾ ਅਤੇ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਰਹੇ, ਬਸ ਸਭ ਕੁਛ ਠੀਕ ਹੋ ਜਾਂਦਾ। ਫਿਰ ਉਹ ਕਰਮ ਰਿਪੀਟ ਨਹੀਂ ਕਰਨਾ ਹੈ, ਬਸ ਜੋ ਛੱਡਦਾ ਹੈ। ਗਣਕਾ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ। ਉਹ ਵੀ ਵੇਸਵਾ ਸੀ। ਅੱਲਾ ਜਾਣੇ ਕਿ ਮਜਬੂਰੀ 'ਚ ਵੇਸਵਾ ਬਣੀ ਕਿ ਸ਼ੌਕ ਵਜੋਂ ਬਣੀ। ਕਈ ਲੋਕਾਂ ਨੂੰ ਰੋਟੀ ਪਾਣੀ ਦਾ ਪ੍ਰਬੰਧ ਕਰ ਲਈ, ਮਜਬੂਰੀ 'ਚ ਵੀ ਬਹੁਤ ਕੁਛ ਕਰਨਾ ਪੈਂਦਾ। ਪਰ ਇਹ ਤਾਂ ਦਾਤੇ ਨੂੰ ਪਤਾ ਹੋਵੇ, ਵੇਸਵਾ ਹੈ। ਕਈ ਸਾਲ ਵੇਸਵਾ ਪੁਣਾ ਕਰਦਿਆਂ ਬੀਤ ਗਏ। ਹੁਣ ਜੋ ਜ਼ਿੰਦਗੀ ਪਰਿਵਰਤਨ ਆਉਣਾ ਹੁੰਦਾ, ਫਿਰ ਪਰਮਾਤਮਾ ਕਿਸੇ ਨਾ ਕਿਸੇ ਨੂੰ ਭੇਜਦਾ ਹੈ। ਬਿੱਧ ਤਾਂ ਬਣਾਉਣੀ ਹੁੰਦੀ ਹੈ ਪਰਿਵਰਤਨ ਲਿਆਉਣ ਦੀ। 6-7 ਦਿਨ ਮੀਂਹ ਪਈ ਗਿਆ, ਹਟੇਰੀ ਝੜੀ ਲੱਗ ਗਈ। ਸ਼ਹਿਰ ਦੇ ਬਾਹਰ ਇੱਕ ਸਾਧੂ ਝੌਂਪੜੀ 'ਚ ਰਹਿੰਦਾ ਸੀ ਅਤੇ ਉਹਦੇ ਕੋਲ ਇੱਕ ਤੋਤਾ ਰੱਖਿਆ ਸੀ ਪਿੰਜਰੇ 'ਚ। ਉਹ ਬਰਸਾਤਾਂ ਕਾਰਨ ਉਹਨਾਂ ਨੂੰ ਕੋਈ ਰੋਟੀ ਪਾਣੀ ਵੀ ਨਾ ਦੇਣ ਆਇਆ। ਸਾਧੂ ਨੇ ਸੋਚਿਆ ਵੀ ਚਲੋ ਮੇਰਾ ਤਾਂ ਅਭਿਆਸ ਹੈ ਭੁੱਖੇ ਰਹਿਣ ਦਾ, ਮੈਂ ਤਾਂ ਗੁਜ਼ਾਰਾ ਕਿਸੇ ਨਾ ਕਿਸੇ ਤਰ੍ਹਾਂ ਕਰ ਲਾਂ। ਇਹ ਤੋਤਾ ਤਾਂ ਮਰ ਜਾਏਗਾ ਠੰਡ ਅਤੇ ਭੁੱਖ ਨਾਲ, ਵੀ ਮੈਂ ਸ਼ਹਿਰ 'ਚ ਜਾਂਦਾ, ਇਹਦੇ ਲਈ ਕੋਈ ਖਾਣ ਪੀਣ ਦਾ ਪ੍ਰਬੰਧ ਕਰਦਾ ਹਾਂ। ਸ਼ਹਿਰ ਤੱਕ ਆਉਂਦਿਆਂ ਰਾਤ ਪੈ ਗਈ ਹੈ। ਪੁਰਾਣੇ ਜ਼ਮਾਨੇ ਸਨ, ਦੀਵੇ ਦੂਵੇ ਹੁੰਦਾ, ਰੋਟੀ ਲੋਕ ਵੇਲੇ ਸਿਰ ਖਾ ਲੈਂਦੇ ਸਨ। ਸਾਡੇ ਪਿਤਾ ਜੀ ਦਾ ਸਾਡੀਆਂ ਭਰਜਾਈਆਂ ਨੂੰ ਹੁਕਮ ਸੀ ਕਿ ਦਿਨ ਛਿਪਣ ਤੋਂ ਪਹਿਲਾਂ ਰੋਟੀ ਤਿਆਰ ਹੋ ਜਾਣੀ ਚਾਹੀਦੀ, ਕਿਉਂਕਿ ਹਨੇਰੇ ਦੇ ਵਿੱਚ ਪਤਾ ਨਹੀਂ ਕੀ ਖਾਂਦੇ, ਵਿੱਚ ਚੀਜ਼ ਡਿੱਗ ਪਏ ਦਾਲ ਸਬਜ਼ੀ ਦੇ ਵਿੱਚ। ਹਾਂਜੀ, ਦੀਵਿਆਂ ਦਾ ਕਿੰਨਾ ਕੁ ਚਾਨਣ ਹੁੰਦਾ ਹੈ। ਇਸ ਲਈ ਜੇ ਕਿਤੇ ਦਿਨ ਛਿਪ ਜਾਂਦਾ ਸੀ ਅਤੇ ਤਿਆਰ ਨਹੀਂ ਸੀ ਲੰਗਰ, ਸ਼ਾਮਤ ਆ ਜਾਂਦੀ ਸੀ ਵੀ ਲੈ ਬਈ ਅੱਜ ਸ਼ਲੋਕ ਸੁਣਨੇ ਪੈਣਗੇ। ਖੈਰ, ਤਾਂ ਮੈਂ ਦੱਸ ਰਿਹਾ ਸੀ, ਹਾਂ, ਜਦੋਂ ਉਹ ਆਏ ਸਾਧੂ, ਸ਼ਹਿਰ 'ਚ ਹਨੇਰਾ ਪੈ ਗਿਆ। ਇੱਕ ਚੁਬਾਰੇ ਦੇ ਵਿੱਚ ਦੀਵਾ ਜਾਂ ਚਾਨਣ ਦਿਸ ਰਿਹਾ। ਉਹਨੇ ਕਿਹਾ ਵੀ ਇੱਥੇ ਕੋਈ ਜਾਗਦਾ ਹੋਣਾ। ਦਰਵਾਜ਼ਾ ਖੜਕਾਇਆ। ਇੱਕ ਬੀਬੀ ਨੇ ਦਰਵਾਜ਼ਾ ਖੋਲ੍ਹਿਆ। ਉਹ ਦੇਖਿਆ ਵੀ ਤਾਂ ਬੜਾ ਹਾਰ ਸ਼ਿੰਗਾਰ ਕੀਤਾ ਹੋਇਆ ਹੈ। ਬੀਬੀ ਨੇ ਦੇਖਿਆ ਵੀ ਸਾਧੂ ਆ ਗਿਆ ਹੈ। ਉਹ ਕਹਿੰਦੇ ਮਹਾਤਮਾ ਜੀ, ਤੁਸੀਂ ਗਲਤ ਥਾਂ 'ਤੇ ਆ ਗਏ ਹੋ। ਵੀ ਮੈਂ ਤਾਂ ਵੇਸਵਾ ਅਤੇ ਤੁਸੀਂ ਤਾਂ ਸਾਧੂ ਹੋ। ਅੱਗੋਂ ਸਾਧੂ ਕਹਿੰਦਾ, ਬੀਬੀ ਸਾਧੂਆਂ ਲਈ ਕੋਈ ਮਾੜੀ ਥਾਂ ਨਹੀਂ ਹੁੰਦੀ। ਕਹਿੰਦੇ ਅੱਛਾ, ਫਿਰ ਆ ਜਾਓ। ਆ ਕੇ ਕਹਿੰਦੇ ਫਿਰ ਕਿਵੇਂ ਆਏ ਹੋ? ਕਹਿੰਦੇ ਆ ਮੇਰਾ ਤੋਤਾ ਹੈ, ਇਹਨੂੰ 3 ਦਿਨ ਦਾ ਭੁੱਖਾ ਹੈ, ਠੰਡ ਲੱਗਦੀ ਹੈ, ਮੈਂ ਤਾਂ ਇਹਦੇ ਲਈ ਕੋਈ ਖਾਣ ਪੀਣ ਨੂੰ ਲੈ ਕੇ ਆਇਆ ਸੀ। ਕਹਿੰਦੀ ਬੈਠੋ ਤੁਸੀਂ। ਉਹਨੇ ਸੋਚਿਆ ਮਸਾਂ ਸਾਰੀ ਜ਼ਿੰਦਗੀ 'ਤੇ ਸਾਧੂ ਦੇ ਚਰਨ ਪਏ ਨੇ ਘਰ 'ਚ। ਉਹਨੇ ਆਪਣੇ ਧਨ ਭਾਗ ਸਮਝੇ। ਸਾਧੂਆਂ ਨੂੰ ਕੋਈ ਸੌਣਾ ਤਾਂ ਹੁੰਦਾ ਨਹੀਂ ਹੈਗਾ। ਸਾਧੂ ਧਾਰਮਿਕ ਗੱਲਾਂ ਕਰ ਰਹੇ ਨੇ। ਉਹ ਆਪਣਾ ਪਹਿਲੇ ਉਹਨੇ ਅੰਗੀਠੀ ਤਿਆਰ ਕੀਤੀ, ਸੇਕ ਦਿੱਤਾ ਹੈ, ਗਰਮ ਕੱਪੜੇ ਦਿੱਤੇ ਨੇ। ਤੋਤੇ ਨੂੰ ਜਦ ਉਹਦਾ ਸਰੀਰ ਗਰਮ ਹੋਇਆ, ਉਹ ਲੱਗ ਗਿਆ ਰਾਮ 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 ਕਰਨ। ਉਹਨੂੰ ਸਿਖਾਇਆ ਤੁਸੀਂ ਰਾਮ ਰਾਮ ਲੱਗੇ ਕਰ। ਸਾਰੀ ਰਾਤ ਧਾਰਮਿਕ ਗੱਲਾਂ ਕਰਦਿਆਂ ਹੀ ਗਣਕਾ ਦੀ ਅਤੇ ਸਾਧੂ ਦੀ ਬੀਤ ਗਈ ਹੈ। ਜਦੋਂ ਦਿਨ ਚੜ੍ਹਨ ਵਾਲਾ ਆਇਆ, ਮਹਾਤਮਾ ਕਹਿੰਦੇ ਬੇਟਾ
ਹੁਣ ਤੁਹਾਡੇ ਘਰ ਸਾਡਾ ਠਹਿਰਨਾ ਠੀਕ ਨਹੀਂ ਹੈ, ਸਾਨੂੰ ਜਾਣ ਦੀ ਆਗਿਆ ਬਖਸ਼ੋ। ਕਹਿੰਦੀ ਜੀ ਮੇਰੀ ਇੱਕ ਬੇਨਤੀ ਹੈ, ਆਹ ਤੁਹਾਡਾ ਤੋਤਾ ਰਾਮ ਰਾਮ ਕਰਦਾ ਰਹਿੰਦਾ ਹੈ, ਇਹ ਮੈਨੂੰ ਦੇ ਜਾਓ, ਮੈਂ ਇਹਦੇ ਨਾਲ ਰਾਮ ਰਾਮ ਕਰਿਆ ਕਰਾਂਗੀ। ਮਹਾਤਮਾ ਨੂੰ ਬੜੀ ਖੁਸ਼ੀ ਹੈ ਵੀ ਚਲੋ ਨਾਮ ਜਪੇਗੀ। ਕਹਿੰਦੇ ਭਾਈ ਲੈ ਲਓ। ਮਹਾਤਮਾ ਮੂੰਹ ਹਨੇਰੇ ਚਲੇ ਗਏ ਨੇ। ਉਸ ਗਰਿਕਾ ਨੇ ਦਰਵਾਜ਼ਾ ਅੰਦਰ ਕੁੰਡੀ ਬੰਦ ਕਰ ਲਈ ਹੈ ਅਤੇ ਰਾਮ ਰਾਮ ਤੋਤੇ ਨਾਲ ਲਾਗੇ। ਤੋਤਾ ਵੀ ਰਾਮ ਰਾਮ ਕਰਦਾ, ਗਣਕਾ ਵੀ ਰਾਮ ਰਾਮ ਕਰਦੇ। ਗਾਹਕ ਆਏ, ਉਹਨੂੰ ਦੇਖਿਆ ਅੰਦਰ ਤਾਂ ਰਾਮ ਰਾਮ ਦੀ ਆਵਾਜ਼ ਆ ਰਹੀ, ਮੁੜ ਗਏ। ਅਗਲੇ ਦਿਨ ਫਿਰ ਆਏ, ਉਹ ਫਿਰ ਰਾਮ 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 ਕਰੀ ਜਾਂਦੇ ਨੇ। ਹਰ ਵਕਤ ਲੱਗੀ ਰਹਿੰਦੇ ਰਾਮ ਰਾਮ ਕਰਨ। 10-12 ਦਿਨਾਂ ਜਿਹੜੇ ਪੁਰਾਣੇ ਗਾਹਕ ਸਨ, ਸਭ ਨੂੰ ਪਤਾ ਲੱਗ ਗਿਆ ਵੀ ਇਹਦਾ ਮਤਲਬ ਇਹਨੇ ਤਾਂ ਵੇਸਵਾ ਪੁਣਾ ਛੱਡ ਦਿੱਤਾ ਹੈ। ਐਂ ਕਰਦਿਆਂ ਰਾਮ ਰਾਮ ਕਰਦਿਆਂ ਕਈ ਮਹੀਨੇ ਬੀਤ ਹੋਏ। ਇੱਕ ਦਿਨ ਕੀ ਹੋਇਆ, ਜਿਹੜਾ ਪਿੰਜਰਾ ਸੀ ਉਹਦਾ ਦਰਵਾਜ਼ਾ ਰਾਤ ਨੂੰ ਖੁੱਲ੍ਹਾ ਰਹਿ ਗਿਆ। ਤੋਤਾ ਅੰਦਰ ਸੀ, ਦਰਵਾਜ਼ਾ ਰਹਿ ਗਿਆ ਖੁੱਲ੍ਹਾ। ਰਾਤ ਨੂੰ ਉਹਦੇ ਪਿੰਜਰੇ 'ਚ ਵੜ ਗਿਆ ਸੱਪ। ਸੱਪ ਨੇ ਤੋਤੇ ਨੂੰ ਡੰਗ ਮਾਰਿਆ, ਤੋਤਾ ਮਰ ਗਿਆ। ਸੱਪ ਵਿੱਚ ਹੀ ਬੈਠਾ ਪਿੰਜਰੇ ਦੇ। ਸਵੇਰੇ ਮੂੰਹ ਹਨੇਰੇ ਗਣਕਾ ਨਹਾ ਧੋ ਕੇ ਉੱਠੀ ਵੀ ਮੈਂ ਰਾਮ ਰਾਮ ਕਰਾਂ। ਉਹ ਤੋਤੇ ਨੂੰ ਬੁਲਾਉਂਦੀ ਹੈ, ਤੋਤਾ ਬੋਲਦਾ ਨਹੀਂ ਹੈਗਾ। ਉਹਨੇ ਦੇਖਿਆ ਵੀ ਉਹ ਇਹ ਤਾਂ ਦਰਵਾਜ਼ਾ ਪਿੰਜਰੇ ਦਾ ਖੁੱਲ੍ਹਾ ਅਤੇ ਮੈਂ ਤੋਤਾ ਤਾਂ ਉੱਡ ਗਿਆ ਹੈ ਰਾਤ। ਉਹਨੇ ਵਿੱਚ ਹੱਥ ਮਾਰਿਆ, ਸੱਪ ਨੇ ਡੰਗ ਮਾਰਿਆ। ਗਣਕਾ ਦੇ ਮੂੰਹ 'ਚ ਨਿਕਲਿਆ ਰਾਮ। ਅਤੇ ਧਾਰਮਿਕ ਗ੍ਰੰਥਾਂ 'ਚ ਲਿਖਿਆ ਉਸੇ ਵੇਲੇ ਦੇਵਤੇ ਆਏ ਅਤੇ ਗਣਕਾ ਨੂੰ ਸਵਰਗਾਂ ਨੂੰ ਲੈ ਗਏ। ਇਹ ਬਹੁਤ ਧਰਵਾਸ ਵਾਲੀ ਘਟਨਾਵਾਂ ਨੇ ਜ਼ਿੰਦਗੀ 'ਚ ਵੀ ਭਾਈ ਹੌਸਲਾ ਨਹੀਂ ਛੱਡਣਾ। ਜੋ ਪਿੱਛੇ ਹੋ ਗਿਆ ਹੈ, ਉਸ 'ਤੇ ਪਛਤਾਵਾ ਕਰੀ ਜਾਓਗੇ, ਕੁਛ ਨਹੀਂ ਬਣਨਾ ਹੈਗਾ। ਐਵੇਂ ਰੋਗ ਲਵਾ ਲਓਗੇ। ਆਪਾਂ ਅਗਰ ਕਿਸੇ ਚੀਜ਼ ਨੂੰ ਇਸ ਤਰ੍ਹਾਂ ਕਰਦੇ ਰਹੀਏ ਇਹ ਡਿਪਰੈਸ਼ਨ ਹੋ ਜਾਂਦਾ ਬੰਦੇ ਨੂੰ। ਕਈਆਂ ਨੂੰ ਜਿਹੜਾ ਕਰੋਨੇ ਦੇ ਵਿੱਚ TV ਵੇਖਦੇ ਰਹੇ। ਮੈਂ ਆਪਣੇ ਰਿਸ਼ਤੇਦਾਰਾਂ ਜਾਣ ਕਰਨ ਕਹਿੰਦਾ ਤੁਸੀਂ TV ਬੰਦ ਕਰ ਦਿਓ, ਇਹ ਤੁਹਾਡਾ ਬਹੁਤ ਨੁਕਸਾਨ ਕਰ ਦੇਗਾ। ਤੁਸੀਂ ਜਦੋਂ ਮੁਰਦੇ ਵੇਖਦੇ ਤੁਹਾਨੂੰ ਹੌਲ ਪੈਂਦਾ ਹੈ, ਤੁਸੀਂ ਬਿਮਾਰ ਹੋ ਜਾਓਗੇ। ਤੁਸੀਂ ਮਾਨਸਿਕ ਤੌਰ 'ਤੇ ਬਿਮਾਰ ਹੋ ਜਾਏ ਨਾ। TV ਨਾ ਤੁਸੀਂ ਦੇਖੋ। ਕਈ ਨਹੀਂ ਹਟੇ ਅਤੇ ਫਿਰ ਇਹਨਾਂ ਦੇ ਇਹੀ ਹਾਲ ਹੋ ਗਿਆ। ਮੈਂ ਦੇਖਿਆ ਜੋ ਹੋ ਗਿਆ ਹੈ। ਅੱਗੇ ਤੋਂ ਤੋਬਾ ਕਰ ਲਓ ਵੀ ਸੱਚੇ ਪਾਤਸ਼ਾਹ ਅੱਗੇ ਤੋਂ ਮੈਂ ਇਹ ਨਹੀਂ ਕਰਦਾ। ਅਤੇ ਬਾਣੀ ਕਹਿੰਦੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਵ। ਬਖਸ਼ ਦਿੰਦਾ ਹੋ ਫੇਰ ਨੇ ਨਾਮ ਜਪੀ ਜਾਣੇ। ਬਸ ਫਿਰ ਨਾਮ ਜਪੀ, ਸਭ ਕੁਝ ਠੀਕ ਹੋ ਜਾਏਗਾ। ਸਮਾਂ ਪਾ ਕੇ ਹੌਸਲਾ ਨਹੀਂ ਛੱਡਣਾ ਵੀ ਮੈਂ ਤਾਂ ਪਾਪੀ ਹਾਂ, ਮੇਰਾ ਕਿੱਥੇ ਪਾਰ ਉਤਾਰਾ ਹੋਣਾ ਹੈ। ਮੈਂ ਤਾਂ ਇਹ ਉਦਾਹਰਨਾਂ ਸਮਝਾਈਆਂ। ਹੋਰ ਬੜੀਆਂ ਕਥਾਵਾਂ ਨੇ ਆਉਂਦੀਆਂ ਕਿਤਾਬਾਂ ਦੇ ਵਿੱਚ ਜਿਨ੍ਹਾਂ ਦਾ ਪਾਰ ਉਤਾਰਾ ਹੋ ਗਿਆ ਨਾਮ ਜਪਦੇ। ਭਾਵੇਂ ਕਿਹੋ ਜਿਹੇ ਸਨ, ਸੱਜਣ ਠੱਗ ਵਰਗੇ ਸਨ। ਗੁਰੂ ਮਹਾਰਾਜ ਉਹਨੂੰ ਮੁਲਤਾਨ ਇਲਾਕੇ ਦਾ ਪਹਿਲਾ ਸਿੱਖਾਂ ਦਾ ਪ੍ਰਚਾਰਕ ਲਾਇਆ, ਸਿੱਖੀ ਦਾ ਪ੍ਰਚਾਰਕ ਲਾਇਆ ਸੀ। ਕੌਡਾ ਰਾਖਸ਼ ਸੀ, ਉਸ ਨੂੰ ਮੱਧ ਪ੍ਰਦੇਸ਼ ਸਿੱਖੀ ਦਾ ਪ੍ਰਚਾਰਕ ਲਾਇਆ। ਵੈਸੀ ਗੱਲ ਨਹੀਂ, ਕਿਹੋ ਜਿਹਾ ਵੀ ਜੀਵਨ ਹੋਵੇ ਕੋਈ ਗੱਲ ਨਹੀਂ ਹੈ। ਜਿਹੜਾ ਸੀ ਅਗਿਆਨਤਾ 'ਚ ਜਾਂ ਜਾਣ ਬੁੱਝ ਕੇ ਲੰਘ ਗਿਆ। ਜਦੋਂ ਸੋਝੀ ਆਵੇ ਫਿਰ ਤੋਬਾ ਕਰ ਲਓ ਵੀ ਸੱਚੇ ਪਾਤਸ਼ਾਹ ਅੱਗੇ ਤੋਂ ਮੈਂ ਨਹੀਂ ਕਰਦਾ, ਅਤੇ ਨਾਮ ਜਪਣਾ ਸ਼ੁਰੂ ਕਰ ਦਿਓ, ਸਭ ਕੁਛ ਠੀਕ ਹੋ ਜਾਏਗਾ। ਗੁਰੂ ਮਹਾਰਾਜ ਕਹਿੰਦੇ ਹੂੰ ਵਾਰੀਆ ਹਰ ਵਾਰੀਆ, ਮੈਂ ਪਰਮਾਤਮਾ ਤੋਂ ਬਲਿਹਾਰ ਜਾਂਦਾ ਹਾਂ, ਬਲਿਹਾਰ ਜਾਂਦਾ। ਸੁਣ ਪੰਥ ਡਰਾਓ, ਡਰਾਓ ਨਹੀਂ ਪੜਨਾ, ਡਰਾਉਣਾ। ਸੁਣ ਪੰਥ ਡਰਾਓ, ਬਹੁਤ ਭੈ ਹਾਰੀਆ। ਪੰਥ ਹੁੰਦਾ ਰਸਤਾ,
ਜਿਸ ਰਾਹ 'ਤੇ ਮੈਂ ਮਰ ਕੇ ਜਾਣਾ ਨਾ, ਉਹ ਬੜਾ ਡਰਾਉਣਾ ਹੈ। ਇਸ ਲਈ ਮੈਨੂੰ ਕਹਿੰਦੇ ਬੜਾ ਭੈ ਲੱਗਦਾ, ਭੈ ਹਾਰੀਆ। ਮੈਂ ਭੈ ਭੀਤ ਹਾਂ ਕਿ ਇਹੋ ਜਿਹੇ ਡਰਾਉਣੇ ਰਾਹ 'ਤੇ ਮੈਨੂੰ ਜਾਣਾ ਪੈਣਾ ਹੈ। ਪੰਚਮ ਪਾਤਸ਼ਾਹ ਕਹਿੰਦੇ ਵੀ ਜਿਹੜਾ ਧਰਮ ਰਾਜ ਹੈ ਨਾ, ਉਹ ਇੰਨੀ ਦੂਰ ਹੈ ਮਾਤ ਲੋਕ ਤੇ ਗਣੇ ਜਾਹੇ ਨਾ ਕੁਛ, ਕਿਲੋਮੀਟਰ ਹੀ ਨਹੀਂ ਗਿਣੇ ਜਾ ਸਕਦੇ, ਕਿੰਨੀ ਦੂਰ ਹੈ। ਉੱਥੋਂ ਤੱਕ ਮਰਨ ਤੋਂ ਬਾਅਦ ਜੀਵ ਆਤਮਾ ਨੇ ਜਾਣਾ। ਫਿਰ ਤੇ ਜੇ ਜਮਦੂਤ ਲੈ ਕੇ ਜਾ ਰਹੇ ਹੁਣ, ਪੁਲਿਸ ਤੁਹਾਨੂੰ ਲੈ ਕੇ ਜਾ ਰਹੀ ਹੋ ਫੜ ਕੇ, ਫਿਰ ਤੁਹਾਨੂੰ ਪਲੋਸੇਗੀ ਥੋੜ੍ਹਾ ਹੀ, ਪਲੋਸੇਗੀ ਨਹੀਂ ਤੁਹਾਨੂੰ, ਤੁਹਾਡੀ ਮੁਰੰਮਤ ਕਰਦੀ ਜਾਏਗੀ ਰਾਹ 'ਚ ਵੀ। ਸੋ ਕਹਿੰਦੇ ਸੁਣ ਸੁਣ ਪੰਥ ਡਰਾਓ, ਡਰਾਓ ਮੈਨੇ ਡਰਾਉਣਾ। ਪੰਥ ਹੁੰਦਾ ਰਸਤਾ, ਡਰਾਉਣੇ ਰਾਹ ਨੂੰ ਸੁਣ ਸੁਣ ਕੇ ਬਹੁਤ ਭੈ ਹਾਰਿਆ। ਮੈਂ ਬਹੁਤ ਭੈ ਵਿੱਚ ਹਾਂ, ਮੈਨੂੰ ਬੜਾ ਡਰ ਲੱਗਦਾ ਹੈ। ਫਿਰ ਕੀਤਾ ਕੀ? ਮੈਂ ਤੱਕੀ ਓਟ ਸੰਤਾਂ ਲਿਹੋ ਉਬਾਰੀਆ। ਮੈਂ ਸੰਤਾਂ ਦਾ ਓਟ ਆਸਰਾ ਲਿਆ ਕਿ ਮੈਨੂੰ ਇਸ ਤੋਂ ਬਚਾ ਲਵੋ। ਉਬਾਰੀਆ, ਬਚਾ ਲਓ ਮੈਨੂੰ, ਇਸ ਰਸਤੇ ਤੋਂ ਬਚਾ ਲਵੋ, ਮੈਨੂੰ ਉਸ ਰਸਤੇ ਨਾ ਜਾਣਾ ਪਵੇ। ਸੋ ਸੰਤਾਂ ਨੇ ਫਿਰ ਢੰਗ ਤਰੀਕਾ ਦੱਸਣਾ ਹੁੰਦਾ, ਅਤੇ ਉਹਨਾਂ ਕੀ ਕਹਿਣਾ ਕਿ ਨਾਮ ਜਪੋ। ਸੰਤਾਂ ਨੇ ਹੋਰ ਤਾਂ ਕੁਛ ਕਹਿਣਾ ਨਹੀਂ ਹੁੰਦਾ, ਉਹਨਾਂ ਆਪ ਨਾਮ ਜਪਣਾ, ਨਾਮ ਜਪਾਉਣਾ ਹੈ। ਹਰ ਇਨਸਾਨ ਦੀ ਆਦਤ ਹੈ ਕਿ ਜੋ ਉਹ ਕਰ ਰਿਹਾ ਹੈ ਉਹੀ ਦੂਜੇ ਨੂੰ ਕਰਨ ਨੂੰ ਕਹਿੰਦਾ ਹੈ। ਪੀਣ ਵਾਲਾ ਕਹੇਗਾ ਪੀਓ ਪਿਆ ਕੇ, ਚੋਰ ਕਹੇਗਾ ਚੋਰੀਆਂ ਕਰੋ, ਡਾਕੂ ਕਾ ਆ ਜਾਓ ਮੇਰੇ ਨਾਲ ਰਲ ਕੇ ਡਾਕੇ ਮਾਰਾਂਗੇ, ਠੱਗ ਕਹੇਗਾ ਆ ਜਾਓ ਆਪਾਂ ਠੱਗੀਆਂ ਕਰਾਂਗੇ। ਹਰ ਇਨਸਾਨ ਦੂਸਰੇ ਨੂੰ ਆਪਣੇ ਵਰਗਾ ਬਣਾਉਣਾ ਚਾਹੁੰਦਾ ਹੈ। ਸਾਧੂ ਵੀ ਚਾਹੁੰਦੇ ਨੇ ਕਿ ਭਾਈ ਤੁਸੀਂ ਸਾਰੇ ਨਾਮ ਜਪ, ਤੁਸੀਂ ਵੀ ਸਾਧੂ ਹੋ ਜਾਓ। ਤਾਂ ਸੰਤਾਂ ਦੀ ਓਟ ਲਈ ਹੈ ਵੀ ਉਹਨਾਂ ਦੀ ਮੈਂ ਓਟ ਲਾਂਗੀ, ਫਿਰ ਮੈਂ ਨਾਮ ਜਪਾਂਗੀ ਤਾਂ ਮੇਰਾ ਡਰ ਦੂਰ ਹੋਵੇਗਾ। ਮੋਹਨ ਲਾਲ ਅਨੂਪ ਸਰਬ ਸਾਧਾਰੀਆ। ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਮੋਹਨ ਹੈ, ਮਨ ਨੂੰ ਮੋਹ ਲੈਣ ਵਾਲਾ ਹੈ। ਲਾਲ ਪਿਆਰਾ ਹੈ, ਅਨੂਪ ਅਤੀ ਸੁੰਦਰ ਹੈ। ਹਿੰਦੀ ਦਾ ਪੂਰਾ ਸ਼ਬਦ ਹੈ ਅਨੁਪਮ, ਜਿਹਦੀ ਉਪਮਾ ਹੀ ਨਾ ਕੀਤੀ ਜਾ ਸਕੇ, ਜਿਸ ਦਾ ਕਿਸੇ ਨਾਲ ਮੁਕਾਬਲਾ ਹੀ ਨਾ ਕੀਤਾ ਜਾ ਸਕੇ। ਅਨੂਪ, ਅਤੀ ਸੁੰਦਰ, ਸਰਬ ਸਧਾਰੀਆ, ਤੇ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ। ਪਰਮਾਤਮਾ ਮਨ ਨੂੰ ਮੋਹ ਲੈਣ ਵਾਲਾ ਹੈ। ਲਾਲ ਉਹ ਪਿਆਰਾ ਹੈ, ਅਨੂਪ ਅਤੀ ਸੁੰਦਰ ਹੈ, ਤੇ ਸਾਰਿਆਂ ਦਾ ਆਸਰਾ ਹੈ। ਗੁਰ ਨਿਵ ਨਿਵ ਲਾਗੂੰ ਲਾਗੂੰ, ਪਾਏ ਪੜੋ ਜਾਂ ਪਾਈ ਪੜੋ। ਪਾਏ ਪੜੋਗੇ ਫਾਰਸੀ ਦਾ ਸ਼ਬਦ ਹੈ, ਪਾਏ ਪੜੋਗੇ ਹਿੰਦੀ ਦਾ ਸ਼ਬਦ ਹੈ। ਪੈਰ, ਹਿੰਦੀ 'ਚ ਪਾਏ ਕਹਿੰਦੇ ਪੈਰ, ਫਾਰਸੀ 'ਚ ਪਾਏ ਕਹਿੰਦੇ ਬਿਨਾਂ ਬਿੰਦੀ ਤੋਂ ਪੈਰ। ਇਹ ਤੁਹਾਡੀ ਆਪਣੀ ਮਰਜ਼ੀ ਹੈ। ਵੈਸੇ ਇੱਥੇ ਫਾਰਸੀ ਨਹੀਂ ਚੱਲ ਰਹੀ, ਇੱਥੇ ਹਿੰਦੀ ਹੀ ਚੱਲ ਰਹੀ ਹੈ, ਇਸ ਲਈ ਇਹਨੂੰ ਪਾਏ ਪੜ੍ਹਨਾ ਚਾਹੀਦਾ। ਜੇ ਕਿਤੇ ਫਾਰਸੀ ਦੀ ਲਾਈਨ ਹੁੰਦੀ ਫਿਰ ਇਸ ਨੂੰ ਆਪਾਂ ਪਾਏ ਨਹੀਂ ਸੀ ਪੜ੍ਹ ਸਕਦੇ, ਫਿਰ ਪਾਏ ਪੜ੍ਹਨਾ ਸੀ। ਗੁਰ ਨਿਵ ਨਿਵ ਲਾਗੋਂ ਪਾਏ ਦੇਹੋ ਦਿਖਾਰੀਆ। ਮੈਂ ਝੁਕ ਝੁਕ ਗੁਰੂ ਦੇ ਚਰਨੀ ਲੱਗਦਾ ਵੀ ਹੇ ਗੁਰੂ ਮਹਾਰਾਜ ਦੇਹੋ ਦਿਖਾਰੀਆ, ਮੈਨੂੰ ਪਰਮਾਤਮਾ ਦਿਖਾ ਦਿਓ, ਮੈਨੂੰ ਪਰਮਾਤਮਾ ਦਿਖਾ ਦਿਓ। ਉਹ ਤਾਂ ਬੜਾ ਮਨ ਨੂੰ ਮੋਹ ਲੈਣ ਵਾਲਾ ਹੈ, ਉਹ ਤਾਂ ਪਿਆਰਾ ਹੈ, ਉਹ ਤਾਂ ਅਤੀ ਸੁੰਦਰ ਹੈ, ਉਹ ਤਾਂ ਸਾਰਿਆਂ ਦਾ ਆਸਰਾ ਹੈ। ਕਹਿੰਦੇ ਮੈਂ ਗੁਰੂ ਦੇ ਪੈਰੀ ਲੱਗਦਾ, ਝੁਕ ਝੁਕ ਕੇ ਚਰਨੀ ਲੱਗਦਾ ਕਿ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਾ ਦਿਓ। ਮੈਂ ਕੀਏ ਮਿੱਤਰ ਅਨੇਕ ਇਕਸ ਬਲਿਹਾਰੀਆ। ਮੈਂ ਬੜੇ ਮਿੱਤਰ ਬਣਾ ਕੇ ਦੇਖ ਲੈਣੇ, ਪਰ ਨਹੀਂ, ਮੈਂ ਉਸ ਇੱਕ ਪਰਮਾਤਮਾ ਤੋਂ ਹੀ ਬਲਿਹਾਰ ਜਾਂਦਾ, ਕਿਉਂਕਿ ਉਹਦੇ ਵਰਗਾ ਮਿੱਤਰ ਹੀ ਕੋਈ ਨਹੀਂ।
सब गुण किस ही नाहे, हर पूर भंडारीआ। ਕਿਸੇ ਵੀ ਵਿਅਕਤੀ ਕਦੇ ਬੜੇ ਮਿੱਤਰ ਬਣਾ ਕੇ ਦੇਖੇ, ਕਿਸੇ ਵੀ ਮਿੱਤਰ ਦੇ ਵਿੱਚ ਸਾਰੇ ਗੁਣ ਨਹੀਂ ਹੈਗੇ। ਹਰ ਪੂਰ ਭੰਡਾਰੀ ਹੈ, ਪਰ ਪਰਮਾਤਮਾ ਦਾ ਭੰਡਾਰ ਤੇ ਗੁਣਾਂ ਨਾਲ ਭਰਿਆ ਪਿਆ ਹੈ, ਪੂਰ ਭਰਿਆ ਹੋਇਆ ਹੈ। ਪਰਮਾਤਮਾ ਦੇ ਗੁਣਾਂ ਦਾ ਭੰਡਾਰ ਹੈ, ਉਹਦਾ ਭੰਡਾਰਾ ਤੇ ਗੁਣਾਂ ਨਾਲ ਭਰਿਆ ਪਿਆ ਹੈ। ਹੋਰ ਕਿਸੇ 'ਚ ਪਰਮਾਤਮਾ ਜਿੰਨੇ ਗੁਣ ਨਹੀਂ ਹੈਗੇ। ਮੈਂ ਕਹਿੰਦੇ ਬੜੇ ਮਿੱਤਰ ਬਣਾਏ, ਪਰ ਮੈਂ ਪਰਮਾਤਮਾ ਤੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਓਨੇ ਗੁਣ ਹੋਰ ਕਿਸੇ ਵਿੱਚ ਹੈ ਹੀ ਨਹੀਂ। ਸੋ ਦੋਸਤੀ ਪਾਉਣੀ ਹੈ, ਗੁਣਵਾਨ ਨਾਲ ਪਾਉਣੀ ਹੈ, ਕਿਉਂ ਜਿਹੋ ਦੀ ਦੋਸਤੀ ਹੋਏਗੀ ਉਹਦਾ ਅਸਰ ਸਾਡੇ 'ਤੇ ਹੋਵੇਗਾ। ਪਰਮਾਤਮਾ ਨੂੰ ਦੋਸਤ ਬਣਾ ਲਿਆ, ਉਹਦੇ 'ਚ ਗੁਣ ਹੀ ਗੁਣ ਨੇ, ਕੋਈ ਗੁਣ ਹੀ ਗੁਣ ਨੇ। ਉਹਨੂੰ ਦੋਸਤ ਬਣਾਉਣ ਦਾ ਕੀ ਢੰਗ ਹੈ? ਉਹਦਾ ਨਾਮ ਜਪੀ ਜਾਣਾ, ਉਹਦਾ ਨਾਮ ਜਪੀ ਜਾਣਾ, ਹਰ ਔਖੇ ਵੇਲੇ ਉਹਦਾ ਓਟ ਆਸਰਾ ਲੈਣਾ ਵੀ ਸੱਚੇ ਪਾਤਸ਼ਾਹ ਤੇਰੇ ਬਿਨਾਂ ਮੇਰਾ ਕੋਈ ਨਹੀਂ ਹੈ, ਤੇਰੇ ਬਿਨਾਂ ਹੋਰ ਮੇਰਾ ਕੋਈ ਆਸਰਾ ਨਹੀਂ ਹੈ, ਤੈਂ ਹੀ ਮੇਰੇ 'ਤੇ ਕਿਰਪਾ ਕਰਨੀ ਹੈ। ਕਿਉਂ ਦਿਸ ਜਪੀਐ ਨਾਉ ਸੂਖ ਸਵਾਰੀਆ। ਚਾਰੇ ਪਾਸੇ ਭਾਵ ਜਿੱਥੇ ਵੀ ਜਾਓ ਉੱਥੇ ਪਰਮਾਤਮਾ ਦਾ ਨਾਮ ਜਪੋ। ਪੂਰਬ ਨੂੰ ਜਾਓ, ਪੱਛਮ ਨੂੰ ਜਾਓ, ਉੱਤਰ ਨੂੰ ਜਾਓ, ਦੱਖਣ ਨੂੰ ਜਾਓ, ਜਿੱਥੇ ਵੀ ਜਾਓ ਉੱਥੇ ਹੀ ਪਰਮਾਤਮਾ ਦਾ ਨਾਮ ਜਪੋ। ਕੀ ਹੋਏਗਾ ਫਿਰ? ਪਰਮਾਤਮਾ ਸਵਾਰੀਆ ਤੁਹਾਡੇ ਜੀਵਨ ਨੂੰ ਸਵਾਰ ਦੇਗਾ ਅਤੇ ਤੁਸੀਂ ਸੁੱਖ ਦੇ ਵਿੱਚ ਵਸੋਗੇ, ਤੁਹਾਨੂੰ ਸੁੱਖ ਪ੍ਰਾਪਤ ਹੋ ਜਾਏਗਾ। ਮੈਂ ਆਹੀ ਓੜ ਤੁਹਾਰ ਨਾਨਕ ਬਲਿਹਾਰੀ ਆ। ਗੁਰੂ ਮਹਾਰਾਜ ਕਹਿੰਦੇ ਮੈਂ ਤੁਹਾਡਾ ਹੀ ਓਟ ਆਸਰਾ ਤੱਕਿਆ। ਓੜ ਓਟ ਆਹੀ ਚਾਹੁੰਦਾ ਹਾਂ, ਹੇ ਪਰਮਾਤਮਾ ਮੈਂ ਤੇਰਾ ਹੀ ਓਟ ਆਸਰਾ ਚਾਹੁੰਦਾ ਹਾਂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ। ਸੋ ਇਸ ਲਈ ਪਰਮਾਤਮਾ ਦਾ ਓਟ ਆਸਰਾ ਲੈਣਾ ਹੈ, ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾਉਣਾ ਹੈ। ਇਹ ਨਹੀਂ ਕਿ ਦੂਜੇ ਨਾਲ ਕੋਈ ਦੋਸਤੀ ਤੋੜ ਦੇਣੀ ਹੈ, ਇਹ ਭਾਵ ਨਹੀਂ ਹੈ। ਸਭ ਤੋਂ ਵੱਧ ਮਹਾਨਤਾ ਪਰਮਾਤਮਾ ਨੂੰ ਦੇਣੀ ਹੈ, ਉਹਨੂੰ ਹੀ ਸਮਝਣਾ ਸਭ ਕੁਛ, ਦੋਸਤ ਮਿੱਤਰ ਰਿਸ਼ਤੇਦਾਰ ਸਭ ਕੁਛ ਹੈ। ਉਹਦਾ ਹੀ ਨਾਮ ਜਪਣਾ ਹੈ, ਉਹਨੂੰ ਹੀ ਮਿਲਣ ਦੀ ਕੋਸ਼ਿਸ਼ ਕਰਨੀ ਹੈ। ਸਤਿਕਾਰਿਓ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਜੀ।